ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਮਿੰਦੂ ਜੀ ਵੈਲਕਮ, ਸਵਾਗਤ ਜੀ ਨੂੰ, ਸਤਿ ਸ੍ਰੀ ਅਕਾਲ। शुक्रिया जी, सारे सत श्रीकाल जी। की हाल चाल ठीक ठाक हो? हाँ जी, हाँ जी, ठीक है जी। की कराई जाने हो? कुछ नहीं देखा। ऐसा तो की कराना है जी, बस दुनिया अपने आप ही करी जाती है। अच्छा चलो, ਜਿਹੜਾ ਖਾਸ ਤੌਰ ਤੇ ਜੇ ਆਪਾਂ ਗੱਲ ਕਰੀਏ ਇਸ ਵਕਤ ਜਿਹੜੇ ਬੱਚੇ ਬੱਚੀਆਂ ਨੇ ਉੱਥੇ ਜਾਂ ਜਿਹੜੇ ਭਾਰਤੀ ਲੋਕ ਨੇ ਉੱਥੇ, ਖਬਰਾਂ ਤਾਂ ਵੈਸੇ ਕਾਫੀ ਦਿੰਦੀਆਂ। ਉਹਨਾਂ ਨੇ ਕਿਹਾ ਸੀ ਵੀ ਨਿਕਲ ਆਓ, ਜੇ ਜ਼ਰੂਰੀ ਨਹੀਂ ਨਿਕਲ ਆਓ। ਭਾਰਤ ਸਰਕਾਰ ਵੱਲੋਂ ਅਸੀਂ ਵੀ ਬਾਰ-ਬਾਰ ਪੜ੍ਹ ਕੇ ਸੁਣਾਉਂਦੇ ਰਹੇ ਖਬਰਾਂ, ਪਰ ਬਹੁਤ ਸਾਰੇ ਫਸ ਗਏ ਨੇ ਕਿਉਂਕਿ ਪੁਤਿਨ ਕਹਿ ਰਿਹਾ ਸੀ ਕਿ ਸਾਡਾ ਹਮਲਾ ਕਰਨ ਦਾ ਕੋਈ ਇਰਾਦਾ ਨਹੀਂ, ਕਰਾਂਗੇ ਨਹੀਂ। ਹਾਂਜੀ, ਇੱਥੇ ਦੋਵੇਂ ਤਰ੍ਹਾਂ ਜਿਹੜੀਆਂ ਨੇ ਝੂਠੀਆਂ ਸਾਬਤ ਹੋਈਆਂ ਨੇ। ਇੱਕ ਨੇ ਤਾਂ ਚੜ੍ਹ ਜਾ ਪੁੱਤਰਾ ਸੂਲੀ ਭਲੀ ਕਰੂ ਕਰਤਾਰ, ਉਹ ਵਿਚਾਰਾ ਫਸ ਗਿਆ ਹੁਣ। ਹਾਂਜੀ, ਇਕੱਲਾ ਰਹਿ ਗਿਆ, ਪਰ ਪਿੱਛੇ ਉਹਦੇ ਆਉਂਦੇ ਨਹੀਂ ਆਉਂਦੇ, ਪਰ ਕਹਿੰਦੇ ਹਥਿਆਰ ਤੈਨੂੰ ਦੇਈ ਚੱਲਾਂਗੇ, ਸਾਡੇ ਫੌਜੀ ਨਹੀਂ ਲੜਨਗੇ। ਇਹ ਵੀ ਸੀਗਾ ਕਿ ਉਹਦੇ ਨਾਲ ਡਾਂਗ ਫੜ ਕੇ ਤੁਰਨਗੇ। ਪਰ ਦੂਜੇ ਪਾਸੇ ਪੁਤਿਨ ਕਹਿੰਦਾ ਸੀ ਕਿ ਮੈਂ ਹਮਲਾ ਨਹੀਂ ਕਰਨਾ। ਹਰ ਵਾਰ ਰੋਜ਼ ਇਹੀ ਬਿਆਨ ਹੁੰਦਾ ਸੀ, ਪਰ ਆਖਰ ਉਹਨਾਂ ਨੇ ਆਪਣਾ ਕੰਮ ਕਰ ਦਿੱਤਾ। ਇੱਧਰ ਭਾਰਤ ਨੇ ਜਿਹੜਾ ਸੀ ਕਹਿ ਦਿੱਤਾ ਸੀ ਬੱਚਿਆਂ ਨੂੰ, ਸਟੂਡੈਂਟਸ ਨੂੰ, ਜਾਂ ਜਿਹੜੇ ਉੱਥੇ ਲੋਕ ਰਹਿ ਰਹੇ ਸੀ ਵੀ ਜ਼ਰੂਰੀ ਨਹੀਂ ਹੈ ਤੇ ਵੀ ਉੱਥੇ ਨਿਕਲ ਆਓ। ਪਰ ਉਹਨਾਂ ਦੀਆਂ ਕੁਝ ਵੀਡੀਓਜ਼ ਵੇਖਣ ਨੂੰ ਮੇਰੀਆਂ ਨੇ, ਉਹਦੇ ਬਾਰੇ ਬਾਅਦ 'ਚ ਗੱਲ ਕਰਾਂਗੇ। ਮਾਪਿਆਂ ਨੂੰ ਬੱਜੀ ਆਸ, ਭਾਰਤ ਨੇ ਸ਼ੁਰੂ ਕੀਤਾ ਆਪਰੇਸ਼ਨ। ਤੁਸੀਂ ਇੱਥੇ ਗੱਲ ਕਰਨੀ ਹੈ। ਤੇ ਫਿਰ ਜਿਹੜੀ ਗੱਲ ਰਾਤੀ ਹੋਈ ਸੀਗੀ ਉਸ ਲੜਕੀ, ਅੰਮ੍ਰਿਤਧਾਰੀ ਲੜਕੀ ਵਾਸਤੇ, ਉਹਦੇ ਫਾਦਰ ਸਾਹਿਬ ਨਾਲ ਮੇਰੀ ਗੱਲ ਹੋਈ ਹੈ ਅੱਜ। ਉਹਨਾਂ ਨੂੰ 2 ਮਿੰਟ ਲਿਆਉਂਦੇ ਆ, ਉਹ ਕਲੀਅਰ ਕਰਨਗੇ ਕਿ ਮਸਲਾ ਹੱਲ ਹੋ ਗਿਆ ਹੈ ਜਾਂ ਨਹੀਂ ਹੋ ਗਿਆ। ਹਾਂਜੀ ਮਿੰਟੂ ਜੀ ਪਲੀਜ਼। ਦੇਖੋ, ਗੱਲ ਇਹ ਆ ਕਿ ਇਸ ਮਾਮਲੇ ਦੇ ਵਿੱਚ ਭਾਰਤ ਸਰਕਾਰ ਨੇ, ਮੈਂ ਸਮਝਦਾ ਕਿ ਢਿਲਮੱਠ ਕੀਤੀ ਹੈ। ਢਿਲਮੱਠ ਇਉਂ ਕੀਤੀ ਆ ਕਿ ਇਹਨਾਂ ਨੇ ਉਹ ਐਡਵਾਈਜ਼ਰੀ ਜਾਰੀ ਕੀਤੀ। ਠੀਕ ਹੈ, ਐਡਵਾਈਜ਼ਰੀ ਜਾਰੀ ਕਰਨ ਦਾ ਚਲੋ ਸਰਕਾਰਾਂ ਦਾ ਮਕਸਦ ਇਹ ਹੁੰਦਾ ਕਿ ਤੁਸੀਂ ਨਿਕਲ ਆਓ, ਪਰ ਰੌਲਾ ਇੱਕ ਹੋਰ ਵੀ ਸੀਗਾ। ਰੌਲਾ ਇਹ ਸੀਗਾ ਕਿ ਉੱਥੋਂ ਦੇ ਬੱਚਿਆਂ ਨੂੰ ਇਸ ਸਥਿਤੀ ਦਾ ਪਤਾ ਲੱਗ ਗਿਆ ਸੀ। ਜੇ ਸਾਨੂੰ ਪਤਾ ਲੱਗ ਗਿਆ, ਆਪਾਂ ਕਹਿੰਦੇ ਕਿ ਅਸੀਂ ਖਬਰਾਂ ਪੜ੍ਹ ਕੇ ਸੁਣਾ ਰਹੇ ਸਾਂ, ਤਾਂ ਜਿਹੜਾ ਉੱਥੇ ਰਹਿ ਰਿਹਾ ਉਹਨੂੰ ਆਪਣੇ ਨਾਲੋਂ ਜ਼ਿਆਦਾ ਪਤਾ ਹੋਏਗਾ। ਬਿਲਕੁਲ ਕਿਤੇ ਸਧਾਰਨ ਗੱਲ ਹੈ ਨਾ। ਤਾਂ ਉਹਨਾਂ ਨੇ ਇੰਡੀਅਨ ਐਮਬੈਸੀ ਨੂੰ ਕਿਹਾ ਸੀਗਾ ਕਿ ਭਾਈ ਸਾਨੂੰ ਆਨਲਾਈਨ ਆਪਸ਼ਨ ਦੇ ਦਿਓ ਐਜੂਕੇਸ਼ਨ ਦਾ। ਸਮਝਦੇ ਹੋ ਨਾ। ਹੁਣ ਜਿਨ੍ਹਾਂ ਨੇ ਇੱਥੇ ਯੂਕਰੇਨ ਦੇ ਵਿੱਚ ਜ਼ਿਆਦਾ ਅਮੀਰ ਐਲੀਟ ਕਲਾਸ ਦੇ ਬੱਚੇ ਨਹੀਂ ਜਾਂਦੇ, ਸਭ ਨੂੰ ਪਤਾ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਬੱਚੇ ਨੇ ਆਪਣਾ ਦਾਅ ਤੇ ਲਾਇਆ ਸਾਰਾ ਕੁਛ, ਕੋਈ 20-25 ਲੱਖ 30 ਲੱਖ ਰੁਪਈਆ ਭਰ ਕੇ ਆਇਆ, ਉਹ ਯਕਦਮ ਆਪਣੀ ਪੜ੍ਹਾਈ ਨੂੰ ਛੱਡ ਕੇ ਕਿਵੇਂ ਪੜ੍ਹੇਗਾ? ਬਿਲਕੁਲ। ਜਦੋਂ ਸਟੂਡੈਂਟਾਂ ਨੇ ਆਖਿਆ ਕਿ ਸਾਨੂੰ ਆਨਲਾਈਨ ਐਜੂਕੇਸ਼ਨ ਦਾ ਆਪਸ਼ਨ ਦੇ ਦਿਓ, ਵੈਸੇ ਵੀ ਤੇ ਤੁਸੀਂ ਦੇਖੋ ਬਿਮਾਰੀ ਕਰਕੇ ਵੀ ਤੇ ਕਿੰਨੇ ਬੱਚਿਆਂ ਦੀ ਜ਼ਿੰਦਗੀ ਬਰਬਾਦ ਕੀਤੀ। ਛੋਟੇ ਬੱਚਿਆਂ ਦੀ ਆਨਲਾਈਨ ਇੰਡੀਆ 'ਚ ਦੇ ਕੇ ਸਿੱਖਿਆ ਦਾ ਆਪਸ਼ਨ ਬਰਬਾਦ ਕਰ ਦਿੱਤੇ ਬੱਚੇ। ਤਾਂ ਜਿਹੜੇ ਬੱਚੇ ਸਗੋਂ ਆਨਲਾਈਨ ਐਜੂਕੇਸ਼ਨ ਨੂੰ ਬਿਹਤਰ ਢੰਗ ਦੇ ਨਾਲ ਲੈ ਸਕਦੇ ਆ, ਜਿਹੜੇ ਸੰਭਲੇ ਹੋਏ ਨੇ ਤੇ ਜਿਹੜੇ ਐ ਕਹਿ ਲਓ ਕਿ ਪੂਰੀ ਕਰੀਨ ਹੈ ਪੜ੍ਹਾਈ, ਤਾਂ ਤੁਸੀਂ ਉਹਨਾਂ ਨੂੰ ਉਹ ਵਿੱਚ ਪੈ ਕੇ ਯੂਨੀਵਰਸਿਟੀਆਂ ਨੂੰ ਕਹਿੰਦੇ ਕਿ ਭਾਈ ਜਦੋਂ ਤੁਹਾਡੀ ਸਥਿਤੀ ਨਾਰਮਲ ਹੋ ਜਾਏਗੀ, ਬੱਚੇ ਆਫਲਾਈਨ ਆ ਜਾਣਗੇ। ਤਾਂ ਮੇਰੇ ਖਿਆਲ ਦੇ ਨਾਲ ਇਹ ਹੱਲ ਕੱਢਣ ਦੀ ਜ਼ਰੂਰਤ ਸੀ, ਔਰ ਇਹ ਇੰਡੀਅਨ ਗੌਰਮੈਂਟ ਕੱਢ ਸਕਦੀ ਸੀ, ਕੋਈ ਵੱਡੀ ਗੱਲ ਨਹੀਂ ਹੈ। ਪਰ ਚਲੋ ਇੱਥੋਂ ਵੀ ਫੇਲ। ਫਿਰ ਦੂਜਾ ਇਹ ਆ ਕਿ ਇੱਕ ਹੁੰਦੀ ਹੈ ਨਾਰਮਲ ਐਡਵਾਈਜ਼ਰੀ, ਤਾਂ ਇੱਕ ਹੁੰਦੇ ਆ ਕਿ ਤੁਸੀਂ ਸ਼ਿੱਦਤ ਦੇ ਨਾਲ ਕੰਮ ਕਰਦੇ ਹੋ। ਔਰ ਤੁਹਾਨੂੰ ਯਾਦ ਹੋਏਗਾ ਇੰਡੀਆ ਨੇ ਇੱਕ ਐਸਾ ਰੈਸਕਿਊ ਆਪਰੇਸ਼ਨ ਅੰਜਾਮ ਦਿੱਤਾ ਹੋਇਆ ਕਿ ਦੁਨੀਆ 'ਚ ਉਹਦੀ ਮਿਸਾਲ ਦਿੱਤੀ ਜਾਂਦੀ ਹੈ। 2.25 ਲੱਖ ਬੰਦਾ ਕੱਢਿਆ ਸੀ ਖਾੜੀ ਇਹ ਬਦਲੇ। ਮੈਂ ਨਿੱਕਾ ਜਿਹਾ ਜੀ ਬਿਲਕੁਲ। ਇੱਕ ਪੰਜਾਬੀ ਫੋਰਨ ਮਿਨਿਸਟਰ ਹੁੰਦਾ ਸੀਗਾ, ਯਾਦ ਕਰੋ ਕੌਣ ਸੀ ਉਹ? ਸੀਗਾ ਆਈ.ਕੇ. ਗੁਜਰਾਲ। ਹਾਂਜੀ। ਤਾਂ ਕਹਿਣ ਦਾ ਮਤਲਬ ਇਹ ਆ ਕਿ ਕੁਛ ਚੀਜ਼ਾਂ ਜਿਹੜੀਆਂ ਨੇ, ਚਲੋ ਇੰਡੀਆ ਗੌਰਮੈਂਟ ਨੇ ਠੀਕ ਕੀਤਾ ਕਿ ਹੁਣ ਆਪਰੇਸ਼ਨ ਸ਼ੁਰੂ ਕਰ ਦਿੱਤਾ ਕਿ ਹੱਦਾਂ ਸਰਹੱਦਾਂ ਇੱਧਰ ਹੈ ਜੀ, ਹੰਗਰੀ ਸਾਈਡ ਆ ਜਾਓ, ਬੁਖਾਰੈਸਟ ਤੋਂ ਜਾਂ ਬੁਡਾਪੈਸਟ ਤੋਂ ਅਸੀਂ ਇੱਥੇ ਚਲਾਵਾਂਗੇ ਫਲਾਈਟਾਂ। ਪਰ ਰੌਲਾ ਚਾਵਲਾ ਸਾਹਿਬ ਇਹ ਆ ਕਿ ਕੀਵ ਤੋਂ ਵੀ ਪਿੱਛੇ ਖਰਕੀਵ ਪੈਂਦਾ ਹੈ। ਉੱਥੋਂ ਦੀ ਯੂਨੀਵਰਸਿਟੀ ਵਿੱਚ ਵੀ ਸਾਡੇ ਪੰਜਾਬ ਦੇ ਬੱਚੇ ਫਸੇ ਹੋਏ ਨੇ। ਤਾਂ ਈਸਟਰਨ ਸਾਈਡ ਤੋਂ ਵੈਸਟਰਨ ਸਾਈਡ ਆਉਣ ਦੇ ਵਿੱਚ ਘੱਟੋ ਘੱਟ ਤੁਹਾਨੂੰ 1000 ਕਿਲੋਮੀਟਰ ਦਾ ਫਾਸਲਾ ਤੈਅ ਕਰਨਾ ਪਏਗਾ, 800 ਕਿਲੋਮੀਟਰ ਦਾ ਫਾਸਲਾ ਤੈਅ ਕਰਨਾ ਪਵੇਗਾ। ਜਦ ਉੱਥੇ ਕੋਈ ਟਰਾਂਸਪੋਰਟੇਸ਼ਨ ਨਹੀਂ ਚੱਲ ਰਹੀ, ਜਦ ਉੱਥੇ ਰੇਲਾਂ ਬੰਦ ਨੇ, ਹਵਾਈ ਮਾਰਗ ਬੰਦ ਆ, ਜਦ ਸੜਕਾਂ ਬਲੌਕ ਨੇ,
ਹਾਹਾਕਾਰ ਮੱਚੀ ਹੋਈ ਆ। ਉਹ ਸਫ਼ਰ ਕਿਸ ਤਰ੍ਹਾਂ ਤੈਅ ਕੀਤਾ ਜਾਏਗਾ ਜਿਨ੍ਹਾਂ ਦੇ ਕੋਲ ਖਾਣ ਨੂੰ ਨਹੀਂ ਹੈ, ਜਿਨ੍ਹਾਂ ਦੇ ਕੋਲ ਪੀਣ ਨੂੰ ਨਹੀਂ ਹੈ, ਪੈਸੇ ਮੁੱਕ ਚੁੱਕੇ ਨੇ, ਟੈਕਸੀਆਂ ਬੰਦ ਨੇ। ਇਹ ਬੜੀਆਂ ਵੱਡੀਆਂ ਉੱਥੇ ਕਹਿ ਲਓ ਕਿ ਸਮੱਸਿਆਵਾਂ ਹੈ। ਸੋ ਇਹ ਠੀਕ ਹੈ ਕਿ ਇਮਦਾਦ ਦੇ ਰਹੇ ਹੋ, ਮੈਂ ਇਸ ਚੀਜ਼ ਨੂੰ ਬਹੁਤ ਅੱਛਾ ਗਿਣਦਾ ਕਿ ਚਲੋ ਆਪਰੇਸ਼ਨ ਇਹਨਾਂ ਨੇ ਸ਼ੁਰੂ ਕਰ ਦਿੱਤਾ। ਅਸਾਂ ਤੇ ਇਹ ਵੀ ਸੁਣਿਆ ਕਿ ਭਾਈ ਇਹ ਕਹਿੰਦੇ ਨੇ ਕਿ ਤੁਹਾਨੂੰ ਕੋਈ ਖਰਚਾ ਕਰਨ ਦੀ ਵੀ ਲੋੜ ਨਹੀਂ ਹੈ, ਬਸ ਤੁਸੀਂ ਜਿੱਥੇ ਵੀ ਹੋ ਆਪਣੇ ਵਹੀਕਲ ਜਿੱਥੇ ਜੋ ਵੀ ਹੈ ਤਿਰੰਗਾ ਲਾ ਕੇ ਆਓ। ਤੇ ਠੀਕ ਹੈ, ਇਹਨਾਂ ਨੇ ਕੱਢਣਾ ਸਟਾਰਟ ਕਰ ਦਿੱਤਾ। ਮੇਰੇ ਖਿਆਲ ਦੇ ਨਾਲ 2 ਫਲਾਈਟਾਂ ਅੱਜ ਆ ਜਾਣਗੀਆਂ ਕਰਕੇ, ਕਿਉਂਕਿ ਕੁਝ 100 ਬੱਚੇ ਜਿਹੜੇ ਆ ਉਹ ਉੱਧਰ ਚਲੇ ਗਏ ਨੇ ਹੰਗਰੀ ਵਾਲੀ ਸਾਈਡ ਜਾਂ ਰੋਮਾਨੀ ਵਾਲੀ ਸਾਈਡ। ਪਰੰਤੂ ਇਹ ਹੈ ਕਿ ਜਿਹੜੇ ਬੱਚੇ ਬਹੁਤ ਪਿੱਛੇ ਫਸੇ ਨੇ ਈਸਟਰਨ ਸਾਈਡ, ਉਹਨੇ ਤੁਸੀਂ ਮੈਪ ਖੋਲੋ ਹੁਣੇ ਤੁਹਾਨੂੰ ਪਤਾ ਲੱਗ ਜਾਏਗਾ ਫਰਕੀਟਿੰਗ ਦੂਸਰੀ ਸਾਈਡ ਤੇ ਹੈ, ਈਸਟਰਨ ਸਾਈਡ ਤੇ, ਔਰ ਇਹ ਜਿਹੜੇ ਬਾਰਡਰ ਨੇ ਇਹ ਵੈਸਟਰਨ ਸਾਈਡ ਤੇ ਨੇ। ਇਹ ਵੱਡਾ ਚੈਲੰਜ ਇਹੀ ਆ ਕਿ ਬਈ ਰਸਤੇ ਦੇ ਵਿੱਚ ਫੌਜਾਂ, ਲੜਾਈ, ਫਲਾਂ, ਧਮਕਾਉਣ, ਕਿ ਉਸ ਚੀਜ਼ ਦੇ ਵਿੱਚ ਸੇਫ ਪੈਸੇਜ ਕਿਵੇਂ ਮਿਲੇ ਜਿਹੜੇ ਬੱਚੇ ਫਸੇ ਨੇ। ਇਹ ਬੜੇ ਵੱਡੇ ਚੈਲੰਜ ਜੀ। ਸਾਡੇ ਨਾਲ ਇਸ ਵਕਤ ਮਿੰਟੂ ਜੀ ਸਾਡੇ ਹੌਟਲਾਈਨ ਤੇ ਜੁੜ ਚੁੱਕੇ ਨੇ, ਸਰਦਾਰ ਗੁਰਚਰਨ ਸਿੰਘ ਜੀ, ਜੋ ਅੰਮ੍ਰਿਤਧਾਰੀ ਲੜਕੀ, ਜਿਵੇਂ ਆਪਾਂ ਹਜਾਬ ਦੀ ਗੱਲ ਕਰਦੇ ਸਾਂ ਤੇ ਉਸ ਵਿਸ਼ੇ ਨੂੰ ਲੈ ਕੇ ਜਿਹੜਾ ਧਾਰਮਿਕ ਪਹਿਰਾਵਾ ਵਾ ਉਹਦੇ ਵਿੱਚ ਜਦੋਂ ਇਹ ਇੱਕ ਦਿਨ ਤੋਂ ਬਾਅਦ ਦੂਜਾ ਦਿਨ, ਦੂਜੇ ਦਿਨ ਤੋਂ ਬਾਅਦ ਤੀਜਾ ਦਿਨ, ਫਿਰ ਉੱਥੇ ਜਿਸ ਤਰੀਕੇ ਦੇ ਨਾਲ ਇਹਦੇ ਤੇ ਜਿਹੜੀ ਰਾਜਨੀਤੀ ਹੋ ਰਹੀ ਹੈ, ਹਾਂਜੀ, ਜਿਸ ਤਰੀਕੇ ਦੇ ਨਾਲ ਮਸਲਾ ਖੜਾ ਹੋਇਆ, ਉੱਥੇ ਪਤਾ ਖਬਰ ਆਪਾਂ ਪੜ੍ਹੀ, ਆਪਾਂ ਰਾਤੀ ਗੱਲ ਕਰਦੇ ਸਾਂ, ਤੁਸੀਂ ਦੱਸ ਰਹੇ ਸੀਗੇ ਕਿ ਪੰਜਾਬ ਦੀ ਇੱਕ ਵੱਡੀ ਅਖਬਾਰ ਨੇ ਜਿਹੜਾ ਹੈ ਦੱਸ ਦਿੱਤਾ ਕਿ ਉਹ ਮਸਲਾ ਹੱਲ ਹੋ ਗਿਆ। ਸਰਦਾਰ ਗੁਰਚਰਨ ਸਿੰਘ ਜੀ ਮੇਰੇ ਨਾਲ ਹਾਜ਼ਰ ਨੇ, ਉਸ ਲੜਕੀ ਜਿਹੜੀ ਅੰਮ੍ਰਿਤਧਾਰੀ ਲੜਕੀ ਹੈ ਉਹਦੇ ਪਿਤਾ ਜੀ ਮੇਰੇ ਨਾਲ ਨੇ ਇਸ ਵਕਤ ਰੰਗਲਾ ਪੰਜਾਬ ਰੇਡੀਓ ਦੀ ਹੌਟਲਾਈਨ ਤੇ। ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਤੁਹਾਡਾ ਕੋਈ ਕੁਐਸਚਨ ਹੋਵੇ ਤੁਸੀਂ ਵੀ ਕਰ ਸਕੋਗੇ, ਔਰ ਜੇ ਕਿਸੇ ਸਾਡੇ ਵੀਰ ਨੇ ਕੋਈ ਸਵਾਲ ਕਰਨਾ ਹੋਵੇ ਤੇ ਜ਼ਿਆਦਾ ਸਮਾਂ ਨਹੀਂ ਸਾਡੇ ਕੋਲ, 1-2 ਮਿੰਟ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਜੋ ਗੁਰਚਰਨ ਸਿੰਘ ਜੀ ਇਸ ਵਕਤ ਸਾਡੇ ਨਾਲ ਨੇ। ਸਰਦਾਰ ਗੁਰਚਰਨ ਸਿੰਘ ਜੀ, ਆਪ ਜੀ ਦਾ ਸਵਾਗਤ ਹੈ ਰੰਗਲਾ ਪੰਜਾਬ ਦੇ ਵਿੱਚ, ਵੈਲਕਮ ਜੀ, ਆਇਆਂ ਨੂੰ, ਸਤਿ ਸ੍ਰੀ ਅਕਾਲ। ਧੰਨਵਾਦ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਆਪ ਜੀ ਦੇ ਰੇਡੀਓ ਚੈਨਲ ਰੰਗਲਾ ਦਾ, ਕਿ ਆਪ ਜੀ ਨੇ ਸਾਨੂੰ ਮੌਕਾ ਦਿੱਤਾ ਹੈ ਕਿ ਆਪ ਜੀ ਦੇ ਨਾਲ ਅਸੀਂ ਗੱਲਬਾਤ ਕਰੀਏ ਜੀ। ਸਤਿ ਸ੍ਰੀ ਅਕਾਲ ਜੀ, ਬਹੁਤ ਸ਼ੁਕਰੀਆ ਸਮਾਂ ਦੇਣ ਲਈ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡਾ ਤੁਹਾਨੂੰ ਕਾਲ ਕਰਨ ਦਾ ਇਹ ਮਕਸਦ ਹੈ ਕਿ ਹਜਾਬ ਤੋਂ ਬਾਅਦ ਉਸ ਮੁਸਲਿਮ ਲੜਕੀ ਨੇ ਕਿਹਾ ਕੁਝ ਨੇ ਕਿ ਤੁਸੀਂ ਜੇ ਲਵਾ ਸਕਦੇ ਹੋ ਤਾਂ ਸਿੱਖਾਂ ਦੀ ਦਸਤਾਰ ਜਿਹੜੀ ਹੈ ਉਹ ਲਵਾਓ, ਸਾਡੇ ਜਿਹੜੇ ਨੇ ਤੁਸੀਂ ਪਹਿਰਾਵੇ ਦੇ ਉੱਤੇ ਕਿੰਤੂ ਪਰੰਤੂ ਕਰਦੇ। ਇਸ ਤੋਂ ਬਾਅਦ ਕਾਫੀ ਮਸਲਾ ਭਖਿਆ ਔਰ ਕੋਰਟ ਦੇ ਵਿੱਚ ਆ ਜੇ ਮਾਮਲਾ, ਕੋਰਟ ਨੇ ਜੋ ਫੈਸਲਾ ਦਿੱਤਾ ਉਹਦੇ ਆਧਾਰ ਦੇ ਉੱਤੇ ਪਤਾ ਲੱਗਾ ਕਿ ਤੁਹਾਡੀ ਬੇਟੀ ਜਿਹੜੀ ਅੰਮ੍ਰਿਤਧਾਰੀ ਹੈ ਅਮਿਤੇਸ਼ਵਰ ਕੌਰ, ਹਾਂਜੀ, ਉਹਨੂੰ ਇਹ ਕਿਹਾ ਗਿਆ ਜਾਂ ਨਹੀਂ ਕਿਹਾ ਗਿਆ ਸੀ, ਕਿਉਂਕਿ ਕਲੀਅਰ ਕਰਨਾ ਚਾਹੁੰਦੇ ਆ। ਅੱਜ ਦਾ ਮੀਡੀਆ ਜਿਹੜਾ ਹੈ ਉਹ ਆਪਣੀ TRP ਵਧਾਉਣ ਵਾਸਤੇ ਬੜੀਆਂ ਇਹੋ ਜਿਹੀਆਂ ਪੁੱਠੀਆਂ ਸਿੱਧੀਆਂ ਉਲਟੀਆਂ ਸਿੱਧੀਆਂ ਖਬਰਾਂ ਲਾ ਕੇ ਸ਼ਾਇਆ ਕਰਦੇ ਨੇ। ਅੱਛਾ, ਦੱਸਣਾ ਚਾਹੋਗੇ ਕਿ ਕੀ ਮਸਲਾ ਸੀਗਾ? ਹਾਂਜੀ, ਦੇਖੋ ਜੀ, ਇਹ ਗੱਲ ਹੈਗੀ ਹੈ 16 ਫਰਵਰੀ ਦੀ, ਉਸ ਦਿਨ ਬੁੱਧਵਾਰ ਸੀਗਾ ਤੇ ਮੇਰੀ ਬੇਟੀ ਐਜ਼ ਯੂਜੂਅਲ ਜੋ ਹੈ ਕਾਲਜ ਵਿੱਚ ਗਈ ਤੇ ਕਾਲਜ ਰੀਸੈਂਟਲੀ ਓਪਨ ਹੋਏ ਸਨ, ਕਿਉਂਕਿ ਹਜੇ ਤੱਕ ਆਫਲਾਈਨ ਉਹਨਾਂ ਦੀ ਆਨਲਾਈਨ ਕਲਾਸਿਸ ਚੱਲਦੀਆਂ ਸਨ। ਉਸ ਤੋਂ ਪਹਿਲਾਂ ਵੀ ਦਸਤਾਰ ਸਜਾ ਕੇ ਜਾਂਦੀ ਸੀ ਕਾਲਜ ਦੇ ਅੰਦਰ, 2 ਸਾਲ ਹੋ ਗਏ ਨੇ ਉਹਨੂੰ ਇਸ ਕਾਲਜ ਦੇ ਅੰਦਰ। ਮਾਊਂਟ ਕਾਰਮਲ ਕਾਲਜ ਹੈ ਬੈਂਗਲੋਰ ਦੇ ਅੰਦਰ, ਤੇ ਇਸ ਕਾਲਜ ਦੇ ਅੰਦਰ ਉਹ ਪ੍ਰੈਜ਼ੀਡੈਂਟ ਵੀ ਹੈਗੀ ਹੈ ਯੂਨੀਅਨ ਦੀ, ਇਲੈਕਟਿਡ ਪ੍ਰੈਜ਼ੀਡੈਂਟ ਹੈ ਦਾ ਕਾਲਜ, ਐਂਡ ਸ਼ੀ ਵਾਸ ਇਲੈਕਟਿਡ as president in this attire only with her ਦਸਤਾਰ on, ਆਪਣੀ ਦਸਤਾਰ ਦੇ ਨਾਲ ਹੀ। ਤੇ ਕਿਉਂਕਿ ਹੁਣ ਹਾਈ ਕੋਰਟ ਤੋਂ ਆਰਡਰ ਆਇਆ ਹੋਇਆ ਸੀ ਤੇ ਜਿਹਦੇ ਕਰਕੇ ਕਾਫੀ ਇੱਥੇ ਜੋ ਇਸ਼ੂ ਹੈ ਕਾਫੀ ਹੌਟ ਹੈ ਪੂਰਾ ਕਰਨਾਟਕਾ ਦੇ ਅੰਦਰ, ਰਾਈਟ, ਮਾਹੌਲ ਕਾਫੀ ਥੋੜਾ ਖਰਾਬ ਹੋਇਆ ਹੈ ਤੇ ਇਹਦੇ ਕਰਕੇ ਸਾਰੇ ਕਾਲਜ ਵੀ ਥੋੜੇ ਡਰੇ ਹੋਏ ਨੇ ਤੇ ਕ੍ਰਿਸਚੀਅਨ ਕਮਿਊਨਿਟੀ ਵੀ ਇੱਥੇ ਮਾਈਨੋਰਿਟੀ ਹੈਗੀ ਆ। ਤੇ ਉਹਨਾਂ ਨੇ ਜੋ ਹੈ ਜੋ ਹਿਜਾਬ ਜਿਹੜਾ ਕੁੜੀਆਂ ਨੇ ਪਾਇਆ ਹੋਇਆ ਸੀਗਾ ਉਹਨਾਂ ਨੇ ਮਤਲਬ ਰਿਕੁਐਸਟ ਕਰਨੀ ਸ਼ੁਰੂ ਕੀਤੀ ਕਿ ਵੀ ਤੁਸੀਂ ਇਸ ਨੂੰ ਉਤਾਰ ਕੇ ਕਲਾਸਿਸ ਅਟੈਂਡ ਕਰਦੀਆਂ ਨੇ। ਉਹਦੇ ਬਾਅਦ ਮੇਰੀ ਬੇਟੀ ਨੂੰ ਤੇ ਕਿਸੇ ਨੇ ਨਹੀਂ ਕਿਹਾ, ਦਸਤਾਰ ਨੂੰ ਪੁਆਇੰਟ ਆਊਟ ਨਹੀਂ ਕੀਤਾ, ਲੇਕਿਨ ਉਸਨੂੰ ਬਾਅਦ ਵਿੱਚ ਕਲਾਸ ਵਿੱਚੋਂ ਵੱਖਰੇ ਤੌਰ ਤੋਂ ਬੁਲਾਇਆ ਗਿਆ। ਪ੍ਰਿੰਸੀਪਲ ਤੇ ਐਡਮਿਨਿਸਟ੍ਰੇਟਰ ਨੇ ਉਹਨੂੰ ਬੁਲਾ ਕੇ ਬੜੇ ਪੋਲਾਈਟਲੀ ਉਸਨੂੰ ਕੁਝ ਕੁਐਸਚਨ ਕੀਤੇ ਗਏ, ਕਲੈਰੀਫਿਕੇਸ਼ਨ ਲਿੱਤੀਆਂ ਗਈਆਂ ਰਿਲੇਟਿਡ ਟੂ ਦਸਤਾਰ, ਬਿਕੋਜ਼ ਉਹਨਾਂ ਵਾਸਤੇ ਵੀ ਦਸਤਾਰ ਇੱਕ ਨਵੀਂ ਚੀਜ਼ ਹੈ। ਤੇ ਉਹਨਾਂ ਨੇ ਉਹਨੂੰ ਇਸ ਤਰ੍ਹਾਂ ਪੁੱਛਿਆ ਜ਼ਰੂਰ ਹੈ ਕਿ ਇਜ਼ ਇਟ ਪੋਸੀਬਲ ਫॉर ਯੂ ਟੂ ਰਿਮੂਵ ਦਾ ਦਸਤਾਰ ਐਂਡ ਦੈਨ ਸਿਟ ਇਨ ਦਾ ਕਲਾਸ, ਰਾਈਟ, ਅਟੈਂਡ ਕਲਾਸਿਸ। ਤੇ ਉਸਨੇ ਮਨਾ ਕਰ ਦਿੱਤਾ ਪੋਲਾਈਟਲੀ ਕਿ ਵੀ ਅਸੀਂ ਦਸਤਾਰ ਨਹੀਂ ਉਤਾਰਦੇ, ਮੈਂ ਅੰਮ੍ਰਿਤ ਛਕਿਆ ਹੋਇਆ ਹੈ
ਐਂਡ ਜਿਸ ਤਰ੍ਹਾਂ ਤੁਸੀਂ ਬੈਪਟਾਈਜ਼ ਹੁੰਦੇ ਹੋ ਇਸੇ ਤਰ੍ਹਾਂ ਸਾਡੀ ਸੈਰੇਮਨੀ ਹੈਗੀ ਤੇ ਅਸੀਂ 5 ਕਕਾਰ ਧਾਰਨ ਕਰਕੇ ਰੱਖਦੇ ਹਾਂ। ਤੇ ਉਹਨਾਂ ਨੇ ਫਿਰ ਉਹਨੂੰ ਦੁਬਾਰਾ ਕੁਐਸਚਨ ਕੀਤਾ ਕਿ ਤੁਸੀਂ ਫੁੱਟਬਾਲ ਵੀ ਖੇਲਦੇ ਹੋ, ਬਿਕਾਜ਼ ਸ਼ੀ ਇਜ਼ ਆਲਸੋ ਫੁੱਟਬਾਲ ਪਲੇਅਰ ਸੌਕਰ, ਸੋ ਉੱਥੇ ਤੇ ਤੁਸੀਂ ਦਸਤਾਰ ਉਤਾਰਦੇ ਹੋਵੋਗੇ ਜਾਂ ਉਤਾਰਦੀ ਹੈ? ਕਿਉਂ ਕਹਿੰਦੀ ਮੈਂ ਉੱਥੇ ਦਸਤਾਰ ਇਹ ਉਤਾਰ ਕੇ ਇੱਕ ਛੋਟੀ ਦਸਤਾਰ ਪਾਉਂਦੀ ਹਾਂ, ਬਟ ਆਈ ਸਟਿਲ ਕੀਪ ਮਾਈ ਹੈਡ ਕਵਰਡ ਅੱਛਾ ਜੀ, ਵਿਚ ਇਜ਼ ਨੀਡਡ। ਤੇ ਫਿਰ ਉਹਨਾਂ ਨੇ ਜਾਣ ਦਿੱਤਾ ਤੇ ਇਸ ਚੀਜ਼ ਨੂੰ ਮਤਲਬ ਥੋੜਾ ਜਿਹਾ ਮੈਂ ਐਜ਼ ਅ ਅਲਰਟ ਐਜ਼ ਅ ਵਾਰਨਿੰਗ ਲੈ ਲਿੱਤਾ ਐਂਡ ਆਈ ਇਮੀਡੀਏਟਲੀ ਰੋਟ ਈਮੇਲ to our Shri Guru Singh Sabha local in Bangalore ਜੀ, and also ਉਸ ਤੋਂ ਇਲਾਵਾ ਮੈਂ ਕਾਲਜ ਅਥਾਰਟੀਜ਼ ਨੂੰ ਵੀ ਮੇਲ ਪਾ ਦਿੱਤੀ, ਉਹਨਾਂ ਨੂੰ ਥੋੜਾ ਨੌਲੇਜ ਦਿੱਤੀ ਕਿ ਸਿੱਖ ਪੰਥ ਕੀ ਹੈ, ਸਾਡੇ ਕਤਾਰਾਂ ਦੀ ਕੀ ਅਹਿਮੀਅਤ ਹੈਗੀ ਹੈ ਤੇ ਇਸ ਤਰ੍ਹਾਂ ਦਾ ਕੁਐਸਚਨ ਪੁੱਛਣਾ ਵੀ ਹੈ ਇੱਕ ਤਰ੍ਹਾਂ ਨਾਲ ਡਿਸਰਿਸਪੈਕਟ ਹੈਗੀ ਹੈ ਟੂ ਦਾ ਸਿੱਖ ਐਂਡ ਆਲਸੋ ਟੂ ਦਾ ਐਂਟਾਇਰ ਸਿੱਖ ਕਮਿਊਨਿਟੀ। ਪਲੀਜ਼ do not do this type of questioning and let us means kind of, and also this particular high court order does not pertain to us। ਤੇ ਉਹਦੇ ਬਾਅਦ ਉਹਨਾਂ ਨੇ ਨੈਕਸਟ ਦੁਬਾਰਾ ਬੁਲਾਇਆ ਮੇਰੀ ਬੇਟੀ ਨੂੰ ਕਿ ਤੁਹਾਡੇ ਪਾਪਾ ਨੇ ਜੋ ਸਾਡਾ ਕਮਿਊਨੀਕੇਸ਼ਨ ਹੋਇਆ ਉਸ ਨੂੰ ਥੋੜਾ ਮਿਸਅੰਡਰਸਟੂਡ ਕੀਤਾ ਐਂਡ ਵੀ ਨੈਵਰ ਆਸਕ ਯੂ ਟੂ ਰਿਮੂਵ ਯੋਰ ਟਰਬਨ, ਵੀ ਜਸਟ ਵਾਂਟਡ ਟੂ ਚੈੱਕ ਵਿਦ ਯੂ ਇਫ ਇਟ ਇਜ਼ ਪੋਸੀਬਲ। ਤੇ ਉਹਦੇ ਬਾਅਦ ਮੇਰੀ ਬੇਟੀ ਦੀ ਲਗਭਗ 20 ਮਿੰਟ ਉਹਨਾਂ ਨਾਲ ਫਿਰ ਡਿਸਕਸ਼ਨ ਹੋਈ ਹੈ, ਉਹ ਕੱਲੀ ਨੇ ਉਹਨਾਂ ਦੋਨਾਂ ਨੂੰ ਹੈਂਡਲ ਕੀਤਾ ਹੈ, ਰਾਈਟ, ਐਂਡ ਆਈ ਐਮ ਕੁਆਇਟ ਪ੍ਰਾਊਡ ਆਫ ਦੈਟ। ਤੇ ਉਹਦੇ ਬਾਅਦ ਉਹਨਾਂ ਨੇ ਫਿਰ ਉਸਨੂੰ ਜਾਣ ਦਿੱਤਾ। ਤੇ ਲੇਕਿਨ ਇਸ ਤਰ੍ਹਾਂ ਲੱਗ ਰਿਹਾ ਕਿ ਕੁਝ ਹੋਰ ਪ੍ਰਿੰਸੀਪਲ ਤੇ ਐਡਮਿਨਿਸਟ੍ਰੇਟਰ ਨੇ ਵੀ ਮੈਨੂੰ ਦੱਸਿਆ ਕਿ ਜੋ ਦੂਸਰੀਆਂ ਕੁੜੀਆਂ ਸੀਗੀਆਂ ਉਹਨਾਂ ਨੇ ਬਾਰ-ਬਾਰ ਜਾਂ ਉਹਨਾਂ ਦੇ ਪੇਰੈਂਟਸ ਨੇ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਕਿ ਤੁਸੀਂ ਉਸਨੂੰ ਕਿਉਂ ਅਲਾਉ ਕਰ ਰਹੇ ਹੋ, ਤੇ ਸਾਨੂੰ ਤੁਸੀਂ ਕਹਿ ਰਹੇ ਹੋ ਕਿ ਬਈ ਹਿਜਾਬ ਉਤਾਰੋ। ਤੇ ਇਸ ਤਰ੍ਹਾਂ ਦੀ ਗੱਲਾਂ ਹੋਣ ਕਰਕੇ ਜੋ ਹੈ ਕਾਲਜ ਦੇ ਉੱਤੇ ਵੀ ਪ੍ਰੈਸ਼ਰ ਆ ਰਿਹਾ ਸੀਗਾ ਤੇ ਇਸ ਕਰਕੇ ਉਹਨਾਂ ਨੇ ਓਕੇ ਦੈਨ ਆਫਟਰ ਫਿਊ ਡੇਜ਼ ਵਾਟ ਹੈਪਨਡ ਪੀਯੂ ਬੋਰਡ ਜੋ ਇੱਥੇ ਪ੍ਰੀ ਯੂਨੀਵਰਸਿਟੀ ਬੋਰਡ ਹੈ ਉਹਦਾ ਐਜੂਕੇਸ਼ਨ ਡਿਪਾਰਟਮੈਂਟ ਤੋਂ ਕੁਝ ਇੰਸਪੈਕਟਰਸ ਦੁਆਰਾ ਨੇ ਇੰਸਪੈਕਸ਼ਨ ਕੀਤੀ ਕਾਲਜ ਵਿੱਚ ਆ ਕੇ। ਦੇ ਫਾਊਂਡ ਫਿਊ ਗਰਲਸ ਆਰ ਸਟਿਲ ਵੇਅਰਿੰਗ ਦਾ ਹਿਜਾਬ ਤੇ ਉਹਨਾਂ ਨੇ ਉਹਨਾਂ ਨੂੰ ਪੋਲਾਈਟਲੀ ਹਿਜਾਬ ਉਤਾਰਨ ਵਾਸਤੇ ਬੋਲਿਆ। ਤੇ ਉਹਦੇ ਫਿਰ ਕੁਝ ਕਹਿ ਲਓ ਕਿ 1-2 ਦਿਨ ਬਾਅਦ ਮੈਨੂੰ ਫਿਰ ਦੁਬਾਰਾ ਫੋਨ ਆਇਆ ਬੇਟੀ ਦਾ ਕਿ ਪਾਪਾ ਉਹ ਕਹਿ ਰਹੇ ਨੇ ਤੁਹਾਨੂੰ ਮਿਲਣਾ ਹੈ ਕਾਲਜ ਦੇ ਅੰਦਰ। ਤੇ ਮੈਂ ਕਿਹਾ ਆਈ ਐਮ ਬਿਜ਼ੀ ਇਨ ਮਾਈ ਆਫਿਸ ਵਰਕ ਟੂਡੇ, so they have to give me little more advance notice or we can talk over phone immediately, right? ਤੇ ਫਿਰ ਉਹਨਾਂ ਨੇ ਮੇਰੇ ਨਾਲ ਕਾਨਫਰੰਸ ਕਾਲ ਜਿਹੜੀ ਸੀ ਕੀਤੀ ਉਸੇ ਦਿਨ ਹੀ अर्ली ਮਾਰਨਿੰਗ ਅਰਾਊਂਡ 9:30। it was I think 16 and 23rd ਦੀ ਗੱਲ ਹੈਗੀ ਜੀ, 23rd ਫੈਬਰਵਰੀ ਦੀ ਗੱਲ ਹੈ, ਯਾਨੀ ਕਿ ਇੱਕ ਹਫਤਾ ਨਿਕਲ ਚੁੱਕਾ ਸੀ ਔਰ ਉਹਨਾਂ ਨੇ ਮੇਰੀ ਈਮੇਲ ਦਾ ਜਵਾਬ ਨਹੀਂ ਦਿੱਤਾ। ਰਿਟਨ ਦੇ ਅੰਦਰ ਉਹਨਾਂ ਨੇ ਕੋਈ ਵੀ ਗੱਲ ਨਹੀਂ ਕੀਤੀ, ਉਹ ਵਰਬਲੀ ਗੱਲ ਕਰਦੇ ਰਹਿੰਦੇ ਸੀ ਬੇਟੀ ਦੇ ਨਾਲ ਜੀ। ਤੇ ਬਟ ਉਹਨਾਂ ਨੇ ਜਦ ਮੈਨੂੰ ਫੋਨ ਕੀਤਾ ਤੇ ਉਹ ਕਹਿੰਦੇ ਕਿ ਸਰ ਹਾਈ ਕੋਰਟ ਦਾ ਆਰਡਰ ਹੈ, ਸਾਡੀ ਮਜਬੂਰੀ ਹੈ ਤੇ ਤੁਹਾਡੀ ਬੇਟੀ ਜਿਹੜੀ ਹੈ ਅਗਰ ਦਸਤਾਰ ਉਤਾਰ ਕੇ ਕਲਾਸ ਅਟੈਂਡ ਕਰ ਲੇ ਤੇ ਬਾਅਦ ਵਿੱਚ ਫਿਰ ਦਸਤਾਰ ਸਜਾ ਲੇ, ਸਾਨੂੰ ਕੋਈ ਉਹਦੇ ਨਾਲ ਦਿੱਕਤ ਨਹੀਂ ਹੈ। ਮੈਂ ਕਿਹਾ ਇਹ ਦਸਤਾਰ ਕੋਈ ਟੋਪੀ ਨਹੀਂ ਹੈਗੀ, ਜਿਹਨੂੰ ਅਸੀਂ ਉਤਾਰ ਲਿੱਤਾ ਤੇ ਫਿਰ ਅਸੀਂ ਰੱਖ ਲਿੱਤਾ ਤੇ ਦਸਤਾਰ ਜਿਹੜੀ ਸਾਡੇ ਹਮੇਸ਼ਾ ਅੰਗ ਸੰਗ ਰਹਿੰਦੀ ਹੈ ਤੇ ਇਸ ਕਰਕੇ ਜੋ ਹੈ ਇਹਨੂੰ ਤੁਸੀਂ ਹਿਜਾਬ ਦੇ ਨਾਲ ਕੰਪੇਅਰ ਨਾ ਕਰੋ। ਦੂਸਰੀ ਗੱਲ ਹੈ ਹਾਈ ਕੋਰਟ ਦੇ ਆਰਡਰ ਦੀ ਵੀ ਆਲਸੋ ਰਿਸਪੈਕਟ ਦਾ ਕੋਰਟ ਆਰਡਰ, ਬਟ ਇਹ ਜੋ ਆਰਡਰ ਹੈ ਇਹ ਕਿਤੇ ਵੀ ਸਿੱਖ ਟਰਬਨ ਨੂੰ ਜੋ ਹੈ ਸਪੈਸੀਫਾਈ ਨਹੀਂ ਕਰਦਾ ਕਿ ਤੁਸੀਂ ਜਿਹੜੀ ਅਥਾਰਟੀ ਤੋਂ ਤੁਹਾਨੂੰ ਇਹ ਆਰਡਰ ਆਇਆ ਹੈ ਉਹਨਾਂ ਨੂੰ ਤੁਸੀਂ ਲਿਖ ਕੇ ਭੇਜੋ ਕਿ ਟਰਬਨ ਤੋਂ ਰਿਲੇਟਿਡ ਇਸ ਆਰਡਰ ਦੀ ਕੀ ਅਹਿਮੀਅਤ ਹੈਗੀ ਹੈ, does it relate to turban or not? ਉਹਦੇ ਬਾਅਦ ਅਸੀਂ ਗੱਲ ਕਰਾਂਗੇ। ਤੇ ਮੈਨੂੰ ਕਲੈਰਿਟੀ ਹੈਗੀ ਹੈ ਕਿ ਇਹ ਟਰਬਨ ਤੋਂ ਰਿਲੇਟਿਡ ਇਹ ਆਰਡਰ ਨਹੀਂ ਹੈ। ਤੇ ਉਹਨਾਂ ਨੇ ਫਿਰ ਉਹਦੇ ਅੰਦਰ ਸਟੇਟਮੈਂਟ ਇੱਕ ਪੜ੍ਹ ਕੇ ਮੈਨੂੰ ਸੁਣਾਈ। then I again explained to them it does not pertain to turban and my daughter will not remove the turban, she will come to college like this only। ਤੇ ਉਹਦੇ ਬਾਅਦ ਸਾਡੀ ਕਮਿਊਨੀਕੇਸ਼ਨ ਸੀ ਉੱਥੇ ਲਗਭਗ ਸਮਾਪਤ ਹੋ ਗਈ। ਤੇ ਮੈਂ ਉਹਨਾਂ ਨੂੰ ਕੁਝ ਹੋਰ ਐਗਜ਼ਾਮਪਲ ਵੀ ਦਿੱਤੇ, ਜਿਸ ਤਰ੍ਹਾਂ ਬਾਰਡਰ ਦੇ ਅੰਦਰ ਸਾਡੇ ਸਿੱਖ ਭਾਈ ਜਿਹੜੇ ਨੇ ਉਹ ਟਰਬਨ ਦੇ ਨਾਲ ਹੀ ਜੰਗਾਂ ਯੁੱਧਾਂ ਦੇ ਅੰਦਰ ਜਾਂਦੇ ਨੇ, ਭਾਵਾਂ ਗੋਲੀਆਂ ਵਰਦੀਆਂ ਹੋਣ, ਤਾਂ ਵੀ ਅਸੀਂ ਜੋ ਹੈ ਹੈਲਮਟ ਦੀ ਜਗ੍ਹਾ ਟਰਬਨ ਨੂੰ ਪ੍ਰੈਫਰੈਂਸ ਦਿੰਦੇ ਹਾਂ। ਠੀਕ ਹੈ, ਸਾਨੂੰ ਗੁਰੂ ਤੇ ਭਰੋਸਾ ਹੈ। ਤੇ ਮੈਂ ਕਿਹਾ ਪਹਿਲਾਂ ਤੇ ਬਾਰਡਰ ਦੇ ਸਿੱਖਾਂ ਨੂੰ ਵਾਪਸ ਬੁਲਾ ਲਓ ਅਗਰ ਤੁਹਾਨੂੰ ਟਰਬਨ ਦੇ ਨਾਲ ਇੰਨੀ ਜ਼ਿਆਦਾ ਦਿੱਕਤ ਹੈਗੀ ਹੈ। ਤੇ ਇਸ ਕਰਕੇ ਫਿਰ ਜੋ ਹੈ ਬਟ let me again clarify, college people, authorities were very polite with us. They were not forcing us to do so. Okay.
ਵੈਰੀ ਗੁੱਡ। ਤੇ ਇਹ ਮੈਂ ਵੈਰੀ ਕਲੀਅਰਲੀ ਕਰ ਰਿਹਾ, ਉਹ ਜੋ ਮੀਡੀਆ ਜਿਸ ਤਰ੍ਹਾਂ ਉਸਨੂੰ ਪ੍ਰੈਜ਼ੈਂਟ ਕਰ ਰਿਹਾ ਉਹ ਉਸ ਤਰ੍ਹਾਂ ਨਹੀਂ ਹੈ। ਮੈਂ ਨਹੀਂ ਕਿਤੇ ਸਮਝਦਾ ਕਿ ਕਾਲਜ ਵਾਲਿਆਂ ਦਾ ਕਿਤੇ ਫਾਲਟ ਹੈ। ਉਹ ਕ੍ਰਿਸਚੀਅਨ ਕਮਿਊਨਿਟੀ ਹੈ, ਉਹਨਾਂ ਦੀ ਅਵੇਅਰਨੈਸ ਕਿਸੇ ਲੈਵਲ ਦੀ ਹੋ ਸਕਦੀ ਹੈ। ਆਈ ਕਾਂਟ ਐਕਸਪੈਕਟ ਐਵਰੀਥਿੰਗ ਫਰੋਮ ਦੈਮ। ਉਹ ਸਾਡਾ ਫਰਜ਼ ਬਣਦਾ ਕਿ ਅਗਰ ਕੋਈ ਉਹਨਾਂ ਦੇ ਮਾਈਂਡ 'ਚ ਡਾਊਟ ਆਉਂਦਾ ਮੈਂ ਉਹਨਾਂ ਨੂੰ ਕਲੈਰੀਫਾਈ ਕਰਾਂ। ਉਹ ਮੈਂ ਕਲੈਰੀਫਾਈ ਕਰ ਰਿਹਾ ਥਰੂ ਈਮੇਲ ਐਂਡ ਥਰੂ ਵਰਬਲ, ਰਾਈਟ। ਬਟ ਐਟ ਦ ਸੇਮ ਟਾਈਮ ਆਈ ਫੀਲ ਕਿ ਉਹਨਾਂ ਨੂੰ ਪਹਿਲਾਂ ਅਥਾਰਟੀਜ਼ ਤੋਂ ਜੋ ਹੈ ਹਾਈ ਕੋਰਟ ਦੇ ਆਰਡਰ ਤੋਂ ਰਿਲੇਟਿਡ ਕਲੈਰੀਫਿਕੇਸ਼ਨ ਲੈਣੀ ਚਾਹੀਦੀ ਸੀ, ਬਜਾਏ ਇਹਦੇ ਕਿ ਮੇਰੀ ਬੇਟੀ ਨੂੰ ਇਹ ਪੁੱਛਣਾ ਸ਼ੁਰੂ ਕਰਦਾ ਕਿ ਕੀ ਤੁਸੀਂ ਟਰਬਨ ਉਤਾਰ ਸਕਦੇ ਹੋ ਕਿ ਨਹੀਂ ਉਤਾਰ ਸਕਦੇ। ਇਹ ਜ਼ਰੂਰੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਸਾਰੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਨੂੰ ਜਿਹੜੀ ਆਪਣੀ ਇਹ ਸਟੋਰੀ ਜਿਹੜੀ ਹੈ ਸੁਣਾਈ ਹੈ, ਜਿਹੜੀ ਤੁਹਾਡੀ ਜ਼ੁਬਾਨੀ ਸੁਣ ਕੇ ਜਿਹੜੇ ਸਾਡੇ ਦਰਸ਼ਕ ਨੇ, ਸਰੋਤੇ ਨੇ, ਫੇਸਬੁੱਕ ਤੇ, YouTube ਤੇ, ਵੱਖ-ਵੱਖ ਐਪਸ ਤੇ, ਜਾਂ 1997 ਤੋਂ ਜਿਹੜਾ ਰੇਡੀਓ ਪ੍ਰੋਗਰਾਮ ਹੈ ਵੱਡੀ ਤਾਦਾਦ ਦੇ ਵਿੱਚ ਸੁਣਿਆ ਜਾਂਦਾ, ਉਹਨਾਂ ਨੇ ਸੁਣ ਲਈ ਹੋਵੇਗੀ ਕਿ ਸੱਚਾਈ ਕੀ ਹੈ। ਮੇਰੇ ਨਾਲ ਮੇਰੇ ਕੁਲੀਗ ਪੰਜਾਬ ਤੋਂ ਪੱਤਰਕਾਰ ਨੇ ਮਿੰਟੂ ਗੁਰੂ ਸਰੀਆ ਜੀ, ਉਹ ਨੇ ਮੇਰੇ ਕੋ-ਹੋਸਟ ਨੇ ਅੰਜੂ ਸਿੱਕਾ ਜੀ, ਉਹ ਵੀ ਮੇਰੇ ਖਿਆਲ ਦੇ ਵਿੱਚ ਕੋਈ ਪੁੱਛਣਾ ਚਾਹੁੰਦੇ ਨੇ, ਪਰੰਤੂ ਮੈਂ ਜਿਹੜਾ ਹੈ ਇਸ ਵਕਤ ਮਿੰਟੂ ਜੀ ਨੂੰ ਕਹਾਂਗਾ ਕਿ ਜੇ ਉਹਨਾਂ ਦੇ ਮਨ ਦੇ ਵਿੱਚ ਕੋਈ ਕੁਐਸਚਨ ਹੈ ਇਸ ਸਾਰੀ ਗੱਲਬਾਤ ਤੋਂ ਸੁਣ ਤੋਂ ਬਾਅਦ। ਮਿੰਟੂ ਜੀ ਪਲੀਜ਼ ਗੋ ਹੈਡ। ਜੀ ਹਾਂਜੀ, ਦੇਖੋ ਮੈਂ ਇਸ ਚੀਜ਼ ਨੂੰ ਕਾਫੀ ਦਿਨ ਤੋਂ ਫੋਲੋ ਕਰ ਰਿਹਾ ਸੀ, ਔਰ ਬਿਲਕੁਲ ਆਹੀ ਇਨਫੋਰਮੇਸ਼ਨ ਸਾਡੇ ਤੱਕ ਸੀ ਜੋ ਇਹਨਾਂ ਨੇ ਦੱਸੀ ਹੈ ਸਰਦਾਰ ਸਾਹਿਬ ਨੇ ਕਿ 16 ਤਰੀਕ ਤੋਂ ਇਹ ਸਾਰਾ ਕੁਝ ਸ਼ੁਰੂ ਹੋਇਆ। ਪਰ ਗੱਲ ਇਹ ਹੈ ਕਿ ਖੁਦ ਕਰਨਾਟਕ ਦੇ ਜਿਹੜੇ ਐਜੂਕੇਸ਼ਨਲ ਮਿਨਿਸਟਰ ਨੇ, ਮਿਸਟਰ DC ਨਾਗੇਸ਼, ਉਹ ਖੁਦ ਕਹਿ ਚੁੱਕੇ ਨੇ, ਮੇਰੇ ਖਿਆਲ ਦੇ ਨਾਲ ਗੁਜ਼ਸ਼ਤ 1-2 ਦਿਨ ਦੀ ਗੱਲ ਹੈ, ਕਿ interim order not applicable on turban wearing students। ਮਤਲਬ ਕਿ ਦਸਤਾਰਧਾਰੀ ਬੱਚਿਆਂ ਤੇ ਵਿਦਿਆਰਥੀਆਂ ਤੇ ਜੋ ਹਾਈ ਕੋਰਟ ਦਾ ਇੰਟਰਮ ਆਰਡਰ ਹੈ, ਉਹ ਇੰਟਰਮ ਆਰਡਰ ਹੈ ਪਹਿਲੀ ਗੱਲ ਤੇ ਉਹ ਇੰਟਰਮ ਹੈ। ਦੂਸਰੀ ਚੀਜ਼ ਕਿਉਂ ਲਾਗੂ ਨਹੀਂ ਹੁੰਦਾ? ਕਿਉਂਕਿ ਤੁਹਾਨੂੰ ਪਤਾ ਕਿ ਸਿੱਖਾਂ ਨੂੰ ਵਿਸ਼ੇਸ਼ ਅਧਿਕਾਰ ਪ੍ਰਾਪਤ ਨੇ ਜੀ, ਸਿੱਖਾਂ ਨੂੰ ਵਿਸ਼ੇਸ਼ ਅਧਿਕਾਰ ਪ੍ਰਾਪਤ ਨੇ। ਸੋ ਮੇਰੇ ਖਿਆਲ ਦੇ ਨਾਲ ਚਲੋ ਸਰਦਾਰ ਸਾਹਿਬ ਉੱਥੇ ਬਹੁਤ ਉੱਚ ਪੋਸਟ ਤੇ ਨੇ, ਸਾਨੂੰ ਪਤਾ ਲੱਗਿਆ ਕਿ IT ਸੈਕਟਰ ਦੇ ਵਿੱਚ ਜੌਬ ਕਰਦੇ ਨੇ। ਮੇਰੇ ਖਿਆਲ ਦੇ ਨਾਲ ਇਹ ਚੀਜ਼ ਜਿਹੜੀ ਹੈ ਨਾ, ਉਹ ਸਿੱਖ ਆਗੂਆਂ ਨੂੰ ਚਾਹੀਦੀ ਹੈ ਕਿ ਉਹ ਇਸ ਚੀਜ਼ ਨੂੰ ਅੱਗੇ ਥੋੜਾ ਫੈਲਾਉਣ, ਤਾਂ ਕਿ ਇਹ ਸਮੱਸਿਆ ਹੁਣ ਦਿੱਲੀ 'ਚ ਵੀ ਆ ਗਈ ਹੈ। ਹਾਂਜੀ, ਸਵਾਲ ਨਹੀਂ ਹੈਗਾ। ਹਾਂਜੀ, ਮੇਰਾ ਕੋਈ ਸਵਾਲ ਨਹੀਂ, ਮੈਂ ਇਹਦੇ ਵਿੱਚ ਐਡ ਆਨ ਕਰਨਾ ਚਾਹੁੰਦਾ ਕੁਝ ਚੀਜ਼ਾਂ ਨੂੰ ਕਿ ਇਹ ਗੱਲ ਦਿੱਲੀ ਤੱਕ ਵੀ ਆ ਗਈ ਆ। ਦਿੱਲੀ ਦੀ ਜਿਹੜੀ ਸਾਊਥ ਦਿੱਲੀ SDMC ਹੈ ਕਮੇਟੀ, ਤਾਂ ਉਹਨਾਂ ਨੇ ਵੀ ਇਹ ਇੱਕ ਤਰ੍ਹਾਂ ਨਾਲ ਕਹਿ ਦਿੱਤਾ, ਕਿਉਂਕਿ ਉਹ ਜਿਹੜਾ ਇੰਟਰਮ ਆਰਡਰ ਆ ਉਹ ਕਿਤੇ ਨਾ ਕਿਤੇ ਇਸ ਤਰ੍ਹਾਂ ਡਿਸਕ੍ਰਾਈਬ ਕੀਤਾ ਗਿਆ ਵਾ, ਇਸ ਤਰ੍ਹਾਂ ਉਹਦੀ ਵਿਆਖਿਆ ਕੀਤੀ ਗਈ ਆ ਕਿ ਬਈ ਇਹ ਸਟੇ ਹੋ ਗਿਆ ਸਾਰਾ ਕੁਝ ਕਿ ਧਾਰਮਿਕ। ਮੈਂ ਉਸੇ ਦਿਨ ਤੋਂ ਹੀ ਕਹਿ ਰਿਹਾ ਸੀਗਾ ਕਿ ਇੱਕ ਬਹੁਤ ਵੱਡਾ ਭੰਬਲ ਭੁੱਸਾ ਖੜਾ ਹੋ ਜਾਏਗਾ ਜੀ, ਇਹ ਇੱਕ ਦੁਬਿਧਾ ਖੜੀ ਹੋ ਜਾਏਗੀ, ਕਿਉਂਕਿ ਹਾਈ ਕੋਰਟ ਨੇ ਉਹ ਵਿਆਖਿਆ ਜਿਹੜੀ ਕੀਤੀ ਉਹ ਕਿਸੇ ਹੋਰ ਢੰਗ ਨਾਲ ਕੀਤੀ ਹੋ ਸਕਦੀ ਹੈ, ਪਰ ਉੱਥੇ ਹੇਠਲੇ ਪੱਧਰ ਤੇ ਉਹਦੀ ਚਰਚਾ ਕਿਸੇ ਹੋਰ ਢੰਗ ਨਾਲ ਹੋ ਰਹੀ ਹੈ। ਸੋ ਮੇਰਾ ਸਵਾਲ ਲਾਸਟ ਦੇ ਵਿੱਚ ਇਹੀ ਸੀਗਾ ਸਰਦਾਰ ਸਾਹਿਬ ਨੂੰ ਕਿ ਕੀ ਬੱਚੀ ਹੁਣ ਨਾਰਮਲ ਤਰੀਕੇ ਨਾਲ ਕਾਲਜ ਜਾ ਰਹੀ ਹੈ ਜਾਂ ਹਾਲੇ ਵੀ ਕੋਈ ਸਮੱਸਿਆ ਹੈ? ਜੀ ਹਾਂਜੀ ਸਰਦਾਰ ਗੁਰਚਰਨ ਸਿੰਘ। ਹਾਂਜੀ ਥੈਂਕ ਯੂ ਜੀ। ਦੇਖੋ ਜੀ, ਮੈਂ ਇਸ ਚੀਜ਼ ਦਾ ਜੋ ਜਵਾਬ ਇਸ ਤਰ੍ਹਾਂ ਦੇਵਾਂਗਾ। ਪਹਿਲੀ ਗੱਲ ਤੇ ਜੋ ਮੇਰੀ ਬੇਟੀ ਹੈ ਪਹਿਲਾਂ ਵੀ ਕਾਲਜ ਜਾ ਰਹੀ ਸੀਗੀ, ਉਹਨੂੰ ਕਦੀ ਵੀ ਕਲਾਸ ਵਿੱਚੋਂ ਨਿਕਾਲਿਆ ਨਹੀਂ ਗਿਆ, ਇਸ ਕਰਕੇ ਕਿ ਉਹਨੂੰ ਦਸਤਾਰ ਸਜਾਈ ਹੈ ਤੇ ਕਲਾਸਿਸ ਰੈਗੂਲਰਲੀ ਅਟੈਂਡ ਕਰਦੀ ਰਹੀ ਹੈ ਤੇ ਹੁਣ ਵੀ ਕਰ ਰਹੀ ਹੈ, ਤੇ ਉਸ ਚੀਜ਼ ਦੀ ਸਮੱਸਿਆ ਸਾਨੂੰ ਕਦੀ ਵੀ ਨਹੀਂ ਆਈ। ਪਹਿਲੀ ਗੱਲ ਇਹ ਹੈ। ਦੂਜੀ ਗੱਲ ਇਹ ਹੈਗੀ ਹੈ ਕਿ ਜਿੱਥੇ ਤੱਕ ਜੋ ਐਜੂਕੇਸ਼ਨ ਮਿਨਿਸਟਰ ਦੀ ਜੋ ਸਟੇਟਮੈਂਟ ਦੀ ਗੱਲ ਹੈਗੀ ਹੈ, ਠੀਕ ਹੈ ਜੀ, ਜੋ DC ਨਾਗੇਸ਼ ਜੀ ਹੈਗੇ ਨੇ, ਕਿ ਉਹ ਜਿਸ ਵੇਲੇ ਇਹ ਸਾਡੀ ਗੱਲਬਾਤ ਹੋ ਗਈ ਵਰਬਲੀ ਕਾਲਜ ਅਥਾਰਟੀਜ਼ ਦੇ ਨਾਲ, ਰਾਈਟ, और मैं एक हफ्ता वेट कर लेता, आई कुड सेंस कि ये जो मसला है ਹੁਣ ਅੱਗੇ ਪੱਥੇਗਾ, इतनी जल्दी सॉल्व होने वाला नहीं है जी। ਤੇ ਇਮੀਡੀਏਟਲੀ ਮੈਂ ਜੋ ਹੈ ਸੋਸ਼ਲ ਮੀਡੀਆ ਦੇ ਉੱਤੇ ਜੋ ਹੈ ਹੋਰ ਜਿਹੜੇ ਮੇਰੇ ਆਪਣੇ ਕਨੈਕਟ ਹੈਗੇ ਨੇ ਉਹਨਾਂ ਨੂੰ ਮੈਂ ਵਾਇਰਲ ਕਰਨਾ ਸ਼ੁਰੂ ਕੀਤਾ, ਤੇ ਇਮੀਡੀਏਟਲੀ ਮੈਂ HS ਫੁਲਕਾ ਜੀ ਜਿਹੜੇ ਹੈਗੇ ਨੇ ਸੀਨੀਅਰ ਐਡਵੋਕੇਟ, ਉਹਨਾਂ ਦੇ ਨਾਲ ਗੱਲਬਾਤ ਕੀਤੀ, ਤੇ ਨਾਲ ਹੀ ਜੋ ਹੈ ਇੱਕ ਐਡਵੋਕੇਟ ਨੀਨਾ ਸਿੰਘ ਜੀ ਹੈਗੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ, ਐਂਡ ਟਾਈਮਸ ਆਫ ਇੰਡੀਆ ਨੂੰ ਮੈਂ ਇਮੀਡੀਏਟਲੀ ਆਪਣਾ ਇੰਟਰਵਿਊ ਦੇ ਦਿੱਤਾ ਸੀ। ਤੇ ਉਹਦੇ ਕਰਕੇ ਕੀ ਹੋਇਆ ਕਿ ਟਾਈਮਸ ਆਫ ਇੰਡੀਆ ਵਾਲਿਆਂ ਨੇ ਇਮੀਡੀਏਟਲੀ ਜੋ ਐਜੂਕੇਸ਼ਨ ਡਿਪਾਰਟਮੈਂਟ ਹੈ ਉਹਦੇ ਨਾਲ ਵੀ ਗੱਲ ਕੀਤੀ, ਕਾਲਜ ਅਥਾਰਟੀਜ਼ ਦੇ ਨਾਲ ਵੀ ਗੱਲ ਕੀਤੀ, ਤੇ ਐਜੂਕੇਸ਼ਨ ਡਿਪਾਰਟਮੈਂਟ ਨੇ ਫਿਰ ਉਸ ਵੇਲੇ ਕਲੈਰੀਫਿਕੇਸ਼ਨ ਦਿੱਤੀ, ਦਿਸ ਪਰਟੀਕੁਲਰ order does not pertain to the Sikh turban. Do not drag this issue into unnecessary troubles now, right?
and let us wait for court orders for other matters related to hijab and all. ਉਹਦੇ ਨਾਲ ਕੀ ਹੋ ਗਿਆ ਕਿ ਯਾਨੀ ਕਿ within 24 hours ਇਹ ਸਾਰੀ ਕਲੈਰਿਟੀ ਜਿਹੜੀ ਸੀਗੀ ਆ ਗਈ, ਯਾਨੀ ਨੈਕਸਟ ਮਾਰਨਿੰਗ ਜੋ ਹੈ ਨਿਊਜ਼ ਛਪ ਚੁੱਕੀ ਸੀ ਤੇ ਉਹ ਸਮੱਸਿਆ ਸਾਨੂੰ ਆਈ ਨਹੀਂ। ਹੋਰ ਇਸ ਦੇ ਨਾਲ ਮੈਂ ਇਹ ਗੱਲ ਹੋਰ ਕਹਿਣਾ ਚਾਹਾਂਗਾ ਕਿ ਇਸ ਮੁੱਦੇ ਦੇ ਉੱਤੇ ਮੈਂ ਇਹ ਦੇਖਿਆ ਹੈ ਕਿ ਜਿਤਨੀਆਂ ਵੀ ਸਾਡੀਆਂ ਸੰਸਥਾਵਾਂ ਹੈਗੀਆਂ ਨੇ ਇਸ ਮੁੱਦੇ ਦੇ ਉੱਤੇ ਬਿਲਕੁਲ ਇਕਜੁੱਟ ਸਨ ਔਰ ਮੈਨੂੰ ਪੂਰੀ ਸਪੋਰਟ ਮਿਲੀ ਹੈ। ਮੈਂ ਨਹੀਂ ਕਿਤੇ ਦੇਖਿਆ ਕਿ ਸਾਡੀਆਂ ਸੰਸਥਾਵਾਂ ਕਿਤੇ ਵੱਖ-ਵੱਖ ਵੰਡੀਆਂ ਹੋਈਆਂ ਨੇ ਇਸ ਪਰਟੀਕੁਲਰ ਮੁੱਦੇ ਨੂੰ ਲੈ ਕੇ, ਭਾਵਾਂ ਉਹ ਐਸਜੀਪੀਸੀ ਹੈ, ਭਾਵਾਂ ਉਹ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੈ, ਭਾਵਾਂ ਅਲੱਗ-ਅਲੱਗ ਸੰਸਥਾਵਾਂ ਜਿਸ ਤਰ੍ਹਾਂ ਅਖੰਡ ਕੀਰਤੀ ਜੱਥਾ ਹੈਗਾ ਤੇ ਭਾਵਾਂ ਯੂਨਾਈਟਿਡ ਸਿੱਖ NGO ਹੈ, ਉਹਦੇ ਨਾਲ ਵੀ ਮੈਂ ਜੁੜਿਆ ਹੋਇਆ ਸੀਗਾ ਤੇ ਇਸੇ ਤਰ੍ਹਾਂ ਜੋ ਹੈ ਹੋਰ ਵੀ ਬੜੀਆਂ ਸਾਰੀ ਸੰਸਥਾਵਾਂ ਨੇ। ਈਵਨ ਮਨਜਿੰਦਰ ਸਿੰਘ ਸਿਰਸਾ ਜੀ ਨੇ ਮੈਨੂੰ ਪਰਸਨਲੀ ਫੋਨ ਕੀਤਾ, ਠੀਕ ਹੈ ਨਾ। ਮੈਂ ਉਹਨਾਂ ਨੂੰ ਬੇਨਤੀ ਕੀਤੀ ਅਗਰ ਤੁਸੀਂ ਕੁਝ ਕਰਨਾ ਚਾਹੁੰਦੇ ਹੋ, ਮੈਨੂੰ ਪੁੱਛਿਆ ਉਹਨਾਂ ਨੇ ਮੈਨੂੰ ਕਿ ਤੁਸੀਂ ਕੀ ਸਪੋਰਟ ਚਾਹੁੰਦੇ ਹੋ। ਮੈਂ ਕਿਹਾ ਤੁਸੀਂ ਕਰ ਸਕਦੇ ਹੋ ਤੇ ਚੀਫ ਮਿਨਿਸਟਰ ਨਾਲ ਗੱਲ ਕਰੋ। ਤੇ ਉਹਨਾਂ ਨੇ ਕਿਹਾ ਅਪਾਇੰਟਮੈਂਟ ਲੈਣੀ, ਅਸੀਂ ਮਿਲ ਸਕਦੇ। ਮੈਂ ਕਿਹਾ ਜ਼ਰੂਰ ਅਸੀਂ ਮਿਲਣਾ ਚਾਹਾਂਗੇ ਕਿਉਂਕਿ ਮੈਂ ਇਸ ਪਰਟੀਕੁਲਰ ਇਸ਼ੂ ਨੂੰ ਸਿਰਫ ਐਡਰੈਸ ਨਹੀਂ ਕਰਨਾ ਚਾਹੁੰਦਾ। ਸਾਨੂੰ ਸਾਊਥ ਇੰਡੀਆ ਦੇ ਅੰਦਰ ਬੜੀ ਸਾਰੀ ਇਸ ਤਰ੍ਹਾਂ ਦੀ ਸਮੱਸਿਆਵਾਂ ਆਉਂਦੀਆਂ ਨੇ। ਕਦੀ ਕਿਰਪਾਨ ਦਾ ਇਸ਼ੂ ਹੈ ਮੈਟਰੋ ਦੇ ਅੰਦਰ, ਕਦੀ ਕਿਸੇ ਕਾਲਜ ਦੇ ਅੰਦਰ ਕੋਈ ਐਗਜ਼ਾਮ ਹੈ ਤੇ ਉੱਥੇ ਜੋ ਹੈ ਕਿਰਪਾਨ ਲੈ ਕੇ ਨਹੀਂ ਜਾ ਸਕਦੇ। ਕਦੀ ਕੋਈ ਇਸ਼ੂ ਆ ਜਾਂਦਾ ਕਿ ਕੜਾ ਪਾਇਆ ਹੋਇਆ ਬੱਚੇ ਨੇ ਉਹਨੂੰ ਸਕੂਲ ਵਿੱਚ ਐਂਟਰੀ ਨਹੀਂ ਹੋ ਰਹੀ। ਕਦੀ ਕੋਈ ਹੋਰ ਇਸ ਤਰ੍ਹਾਂ ਦੀ ਇਸ਼ੂ ਜੋ ਹੈ ਬੜੇ ਆਉਂਦੇ ਰਹਿੰਦੇ ਨੇ। ਕਿਉਂਕਿ ਮੈਂ ਇੱਥੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਗੱਤਕੇ ਦੀ ਸਿਖਲਾਈ ਵੀ ਕਰਦੇ ਹੈਗੇ ਆ ਜਾਂ ਫਿਰ ਉਹ ਗੁਰਮਤ ਜੋ ਕੀਰਤਨ ਹੈ ਉਹਦੀ ਸਿਖਲਾਈ ਵੀ ਅਸੀਂ ਕਰੀਦੀ ਹੈ। ਸਾਡਾ ਪੂਰਾ ਗਰੁੱਪ ਬਣਿਆ ਹੋਇਆ ਹੈ ਇੱਥੇ ਤੇ ਸਾਨੂੰ ਪਤਾ ਕਿ ਇੱਥੇ ਬੱਚਿਆਂ ਨੂੰ ਕਿਸ ਤਰ੍ਹਾਂ ਦੀ ਸਮੱਸਿਆਵਾਂ ਆਉਂਦੀਆਂ ਨੇ ਤੇ ਮੈਂ ਉਹਨਾਂ ਨੂੰ ਇਹ ਬੇਨਤੀ ਕੀਤੀ ਕਿ ਅਸੀਂ ਇਸ ਨੂੰ ਜੋ ਹੈ ਵੱਡੇ ਪੱਧਰ ਦੇ ਉੱਤੇ ਜੋ ਹੈ ਇਸ ਮਸਲੇ ਨੂੰ ਹੱਲ ਕਰਨਾ ਹੈ। ਇਸ ਕਰਕੇ ਜੋ ਹੈ ਆਲਰੇਡੀ ਐਸਜੀਪੀਸੀ ਵੱਲੋਂ ਇੱਕ ਡੈਲੀਗੇਸ਼ਨ ਇੱਥੇ ਅੱਜ ਆ ਰਿਹਾ ਹੈ, ਠੀਕ ਹੈ ਜੀ। ਅਸੀਂ ਚੀਫ ਮਿਨਿਸਟਰ ਦੇ ਨਾਲ, ਐਜੂਕੇਸ਼ਨ ਮਿਨਿਸਟਰ ਦੇ ਨਾਲ, ਹੋਮ ਮਿਨਿਸਟਰ ਸਾਰਿਆਂ ਦੇ ਨਾਲ ਅਸੀਂ ਜੋ ਹੈ ਗੱਲਬਾਤ ਕਰਨੀ ਹੈ। ਆਲਰੇਡੀ ਉਹਨਾਂ ਨੂੰ ਲੈਟਰਸ ਜਾ ਚੁੱਕੀਆਂ ਨੇ ਸਾਡੇ ਵੱਲੋਂ ਜੀ ਟੂ ਕ੍ਰੀਏਟ ਅਵੇਅਰਨੈਸ ਅਬਾਊਟ ਦਾ ਕਾਰਡਸ ਆਫ ਦਾ ਸਿੱਖ ਕਮਿਊਨਿਟੀ। ਜੀ, ਮੁਸਲਮਾਨ ਭਾਈਚਾਰੇ ਦੇ ਵਿੱਚ ਤਿੰਨ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਸੁਣੀਆਂ ਜਾਂਦੀਆਂ, ਜਿਹੜੀਆਂ ਲੇਡੀਜ਼ ਉਹਨਾਂ ਦੀਆਂ ਪਹਿਨਦੀਆਂ ਨੇ। ਇੱਕ ਹੈ ਹਿਜਾਬ, ਇੱਕ ਹੈ ਬੁਰਕਾ, ਇੱਕ ਹੈ ਨਕਾਬ। ਹੁਣ ਇਹਦੇ ਵਿੱਚ ਜਦੋਂ ਪਿੱਛੇ ਜੇ ਗੱਲ ਜਦੋਂ ਚੱਲੀ ਸੀ, ਮਿੰਟੂ ਜੀ ਤੁਸੀਂ ਐਡਅਪ ਕਰ ਦਿਓ ਕਿ ਉਹ ਕਹਿੰਦੇ ਜੀ ਮੂੰਹ ਢੱਕਿਆ। ਮਸਲਾ ਇਹ ਆ ਜਿਹੜੀਆਂ ਕੁੜੀਆਂ ਹਿਜਾਬ ਪੜ੍ਹ ਕੇ ਆਉਂਦੀਆਂ ਨੇ ਉਹਨਾਂ ਦਾ ਮਸਲਾ ਨਹੀਂ ਹੈ ਤੇ ਦਸਤਾਰ ਤੇ ਉਸ ਤਰ੍ਹਾਂ ਆ ਗਈ ਨਾ ਇੱਕ ਅੰਗ ਵਾ, ਨਿਖੜਵਾਂ ਅੰਗ ਆ। ਹੁਣ ਮਸਲਾ ਇਹ ਸਮਝ ਨਹੀਂ ਲੱਗ ਰਿਹਾ ਕਿ ਕੋਰਟ ਨੇ ਜਿਹੜਾ ਫੈਸਲਾ ਦਿੱਤਾ ਉਹਨੂੰ ਪ੍ਰੋਪਰ ਕਿਉਂ ਨਹੀਂ ਫੋਲੋ ਕਰ ਰਹੇ ਉੱਥੋਂ ਦੇ ਐਜੂਕੇਸ਼ਨ ਡਿਪਾਰਟਮੈਂਟ। ਹੁਣ ਦਿੱਲੀ ਦੇ SDMC ਸਿੱਖਿਆ ਕਮੇਟੀ ਨੇ ਸਕੂਲਾਂ ਵਿੱਚ ਧਾਰਮਿਕ ਪਹਿਰਾਵੇ ਤੇ ਪਾਬੰਦੀ, ਹੁਣ ਦਿੱਲੀ ਆ ਗਈ, ਉਹਦੋਂ ਬਾਅਦ ਹਰਿਆਣਾ ਆ ਜਾਏਗਾ, ਉਹਦੋਂ ਬਾਅਦ ਹੋਰ ਸੂਬੇ ਨੇ। ਇਹ ਵਿਵਾਦ ਇੱਥੇ ਰੁਕਣ ਵਾਲਾ ਨਹੀਂ, ਜਿਵੇਂ ਸਰਦਾਰ ਗੁਰਚਰਨ ਸਿੰਘ ਹੋਣਾ ਨੇ ਕਿਹਾ। ਕੀ ਲੱਗਦਾ ਮਿੰਟੂ ਜੀ? ਨਹੀਂ, ਦੇਖੋ ਗੱਲ ਇਹ ਆ ਕਿ ਮੇਰਾ ਤੇ ਇਹਦੇ ਵਿੱਚ ਬੜਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕੋਈ ਦਲੀਲ ਨਾਲ ਮੰਨਣਾ ਹੈ ਕਿ ਦੇਖੋ ਦੋਨੇ ਚੀਜ਼ਾਂ ਨਾਲ ਨਾਲ ਚੱਲਦੀਆਂ ਨੇ। ਮੈਂ ਡੇ ਵਨ ਤੋਂ ਕਹਿ ਰਿਹਾ ਕਿ ਡਿਸਪਲਿਨ ਵੀ ਨਾਲ ਨਾਲ ਚੱਲਦਾ ਹੈ ਇੰਡੀਆ ਦੇ ਵਿੱਚ, ਤੁਹਾਡੀਆਂ ਜਿਹੜੀਆਂ ਧਾਰਮਿਕ ਪ੍ਰੈਕਟਿਸਿਸ ਨੇ ਉਹ ਵੀ ਚੱਲਦੀਆਂ ਨੇ ਸੰਵਿਧਾਨ ਦੇ ਮੁਤਾਬਕ, ਤੇ ਇਹਨਾਂ ਦੋਨਾਂ ਨੂੰ ਨਾਲ ਨਾਲ ਚੱਲਦੇ ਰੱਖਣਾ ਹੀ ਸਾਡੀ ਇੱਕ ਆਇਡੈਂਟੀਟੀ ਹੈ ਇੰਡੀਆ ਦੀ। ਇੰਡੀਆ ਦੀ ਪਛਾਣ ਕੀ ਹੈ? ਨੇਕਤਾ ਤੇ ਏਕਤਾ। ਸੋ ਕਿਸੇ ਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ। ਹਾਂ, ਹਿਜਾਬ ਦੇ ਜਿੱਥੋਂ ਤੱਕ ਹੈ ਕਿ ਕਲਰ ਤਾਂ ਹੋ ਸਕਦਾ ਕਿ ਯੂਨੀਫਾਰਮ ਦੇ ਵਿੱਚ ਆ ਗਏ ਤੁਸੀਂ ਕਿ ਚਲੋ ਠੀਕ ਹੈ, ਕੋਈ ਬੱਚਾ ਅੱਡ ਤੇ ਹੁਣ ਨਹੀਂ ਨਾ ਹੋ ਸਕਦਾ ਕਿ ਇੱਕ ਬੱਚਾ ਯੂਨੀਫਾਰਮ ਨਹੀਂ ਪਹਿਨਦਾ, ਨੱਤੀ ਨੇ ਪਹਿਨੀ, ਆਪਾਂ ਕਹਿ ਸਕਦੇ ਕਿ ਨਹੀਂ ਯਾਰ ਤੈਨੂੰ ਵੀ ਪਹਿਨਣੀ ਚਾਹੀਦੀ ਹੈ, ਕਿਉਂਕਿ ਯੂਨੀਫਾਰਮ ਤੇ ਜਾਂ ਅਦਾਰਿਆਂ 'ਚ ਵੀ ਅੱਗੇ ਚਲੇ ਜਾਂਦੀ ਹੈ। ਬਹੁਤ ਸਾਰੇ ਸੈਕਟਰਾਂ ਦੇ ਵਿੱਚ ਯੂਨੀਫਾਰਮ ਤੁਹਾਨੂੰ ਧਾਰਨ ਕਰਨੀ ਪੈਂਦੀ ਹੈ। ਤਾਂ ਕਹਿਣ ਦਾ ਮਤਲਬ ਇਹ ਆ ਕਿ ਇਹ ਇੱਥੋਂ ਤੱਕ ਜਾਣਾ ਹੀ ਨਹੀਂ ਚਾਹੀਦਾ। ਪਰ ਗਿਆ ਤਾਂ ਜਦੋਂ ਰਾਜਨੀਤੀ ਇਨਵੋਲਵ ਹੋਈ ਔਰ ਆਊਟਸਾਈਡ ਰਾਜਨੀਤੀ ਜਿਹੜੀ ਹੈ ਕੰਪਲੈਕਸ ਦੀ ਜਾਂ ਕਹਿ ਲਓ ਕਿ ਕਿਸੇ ਕਾਲਜ ਦੇ ਵਿੱਚ ਜਦੋਂ ਆਪਾਂ ਕੈਂਪਸ ਦੇਖਦੇ ਹਾਂ ਉੱਥੇ ਨਹੀਂ ਹੈ ਕੁਛ ਵੀ। ਉੱਥੇ ਤੇ ਇੱਕ ਕਹਿ ਲਓ ਕਿ ਸਧਾਰਨ ਬਹਿਸ ਸੀਗੀ ਜਿਹੜੀ ਕਿ ਨਵੇੜੀ ਜਾ ਸਕਦੀ ਸੀ, ਪਰੰਤੂ ਜਦੋਂ ਬਾਹਰੋਂ ਰਾਜਨੀਤੀ ਦਖਲ ਦਿੰਦੀ ਹੈ ਉਸ ਤੋਂ ਬਾਅਦ ਚੀਜ਼ਾਂ ਵਿਗੜਨੀਆਂ ਸਟਾਰਟ ਹੋ ਜਾਂਦੀਆਂ। ਤਾਂ ਮੇਰਾ ਮੰਨਣਾ ਇਹੀ ਹੈ ਕਿ ਦੇਖੋ ਇਸ ਟਾਈਮ ਜਿਹੜਾ ਹਾਈ ਕੋਰਟ ਦਾ ਆਰਡਰ ਮੇਰੇ ਕੋਲ ਨਹੀਂ ਹੈ, ਮੈਂ ਇਮਾਨਦਾਰੀ ਨਾਲ ਕਹਾਂ, ਪਰ ਮੈਂ ਕੋਈ ਨਹੀਂ ਚੈੱਕ ਕਰਕੇ ਉਹਨੂੰ ਦੇਖ ਲੈਂਦੇ ਉਹਦੇ ਚ ਕੀ ਹੈ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸੁਪਰੀਮ ਕੋਰਟ ਇਸ ਮਾਮਲੇ ਨੂੰ ਸੁਣਿਆ, ਦੀਵਾਰ ਤੋਂ ਇਹ ਚੀਜ਼ਾਂ ਜਿਹੜੀਆਂ ਤੈਅ ਕਰੇ ਕਿ ਹਾਂ ਪੜ੍ਹਾਈ ਵੀ ਨਹੀਂ ਰੁਕਣੀ ਚਾਹੀਦੀ, ਡਿਸਪਲਿਨ ਵੀ ਆਪਣੀ ਜਗ੍ਹਾ ਰਹੇ, ਔਰ ਜਿਹੜੀ ਉਹ ਪਛਾਣ ਹੈ ਕਿ ਇੱਕ ਕਲਾਸ ਦੇ ਵਿੱਚ ਇੱਥੇ 10-10
ਫਿਰਕਿਆਂ ਤੋਂ, ਅਲੱਗ-ਅਲੱਗ ਮਜ਼ਹਬਾਂ ਤੋਂ ਵੀ ਸਟੂਡੈਂਟ ਹੋ ਸਕਦੇ ਆ। ਉਹ ਆਇਡੈਂਟੀਟੀ ਕਿਸੇ ਦੀ ਹੈ ਜਿਹੜੀ ਉਹ ਬਰਕਰਾਰ ਰਹਿਣੀ ਚਾਹੀਦੀ ਹੈ। ਧਾਰਮਿਕ ਮਾਨਤਾ, ਧਾਰਮਿਕ ਚਿੰਨ੍ਹ ਉਹ ਸਾਰੇ ਸੁਰੱਖਿਅਤ ਰਹਿਣੇ ਚਾਹੀਦੇ। ਇਹੀ ਇਸ ਦੇਸ਼ ਦੀ ਖਾਸੀਅਤ ਹੈ। ਜੇ ਤੁਸੀਂ ਇਸ ਖਾਤੇ ਨੂੰ ਖਤਮ ਕਰਨ ਦਾ ਯਤਨ ਕਰੋਗੇ ਤਾਂ ਮੇਰੇ ਖਿਆਲ ਦੇ ਨਾਲ ਬਹੁਤ ਗਲਤ ਦਿਸ਼ਾ ਵੱਲ ਵਧੇਗਾ ਇਹ ਮੁਲਕ। ਅੱਛਾ ਸਰਦਾਰ ਗੁਰਚਰਨ ਸਿੰਘ ਜੀ, ਇੱਕ ਤਾਂ ਮੈਂ ਐਪਰੀਸ਼ੀਏਟ ਕਰਨਾ ਚਾਹੁੰਦਾ, ਹੋ ਸਕਦਾ ਉਮਰ 'ਚ ਮੈਂ ਤੁਹਾਡੇ ਨਾਲ ਛੋਟਾ ਹੋਵਾਂ, ਹਾਣੀ ਵੀ ਹੋ ਸਕਦੇ ਆਪਾਂ। ਤੁਹਾਡੀ ਪੰਜਾਬੀ ਭਾਸ਼ਾ ਬੰਗਲੌਰ ਦੇ ਵਿੱਚ ਰਹਿ ਕੇ, ਖਾਸ ਤੌਰ 'ਤੇ ਉੱਧਰਲੀ ਸਾਈਡ ਦੇ ਵਿੱਚ ਰਹਿ ਕੇ ਬਹੁਤ ਠੇਠ ਹੈ, ਮੈਨੂੰ ਬੜਾ ਅੱਛਾ ਲੱਗਾ। ਬਹੁਤ ਪਿਆਰੀ ਭਾਸ਼ਾ, ਤੁਸੀਂ ਪੰਜਾਬੀ ਦੇ ਵਿੱਚ ਗੱਲਬਾਤ ਕੀਤੀ ਆ। ਔਰ ਕਿੰਨੇ ਲੰਬੇ ਅਰਸੇ ਤੋਂ ਉੱਥੇ ਰਹਿ ਰਹੇ ਹੋ ਤੁਸੀਂ? ਮੈਨੂੰ ਇੱਥੇ ਜੀ 17 ਸਾਲ ਹੋ ਗਏ ਨੇ। ਅੱਛਾ ਜੀ। ਤੇ ਵੈਸੇ ਮੈਂ ਦਿੱਲੀ ਦਾ ਰਹਿਣ ਵਾਲਾ, ਇਸ ਕਰਕੇ ਮੇਰੀ ਪੰਜਾਬੀ ਹੋ ਸਕਦਾ ਥੋੜੀ ਠੀਕ ਠਾਕ ਹੈ। ਠੀਕ ਹੈ ਜੀ, ਜੀ ਬਹੁਤ ਅੱਛਾ ਲੱਗਾ ਜੀ। ਨਹੀਂ ਵੇਖੋ, ਜਦੋਂ ਅਸੀਂ ਮਾਤਰ ਭਾਸ਼ਾ ਦੀ ਗੱਲ ਕਰਦੇ ਹਾਂ, ਅਸੀਂ ਭਾਸ਼ਾ 'ਚ ਗੱਲ ਕਰ ਰਹੇ ਹਾਂ। ਕੈਨੇਡਾ ਤੋਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ। 1997 'ਚ ਅਸੀਂ ਰੇਡੀਓ ਸ਼ੁਰੂ ਕੀਤਾ। ਅੱਜ ਅੰਤਰਰਾਸ਼ਟਰੀ ਪੱਧਰ 'ਤੇ ਸਾਡੇ ਕੋਲ ਟੈਲੀਵਿਜ਼ਨ ਹੈ, ਐਪ ਹੈ, ਰੇਡੀਓ ਹੈ, ਔਰ ਨਾਲ YouTube, Facebook 'ਤੇ ਹੈ। ਇੱਥੇ ਟੈਲੀਵਿਜ਼ਨ 24 ਘੰਟੇ ਜਿਹੜਾ ਆਪਣੀ ਭਾਸ਼ਾ ਦੇ ਵਿੱਚ, ਮੈਨੂੰ ਬੜਾ ਅੱਛਾ ਲੱਗਾ। ਮੈਂ ਐਪਰੀਸ਼ੀਏਟ ਕਰਦਾ ਹੁੰਦਾ ਹਮੇਸ਼ਾ ਹੀ ਕਿ ਦੂਸਰੀ ਸਟੇਟ ਦੇ ਵਿੱਚ ਜਿੱਥੇ ਹਿੰਦੀ ਭਾਸ਼ਾ ਹੈ ਜਾਂ ਇੰਗਲਿਸ਼ ਭਾਸ਼ਾ ਹੈ ਜਾਂ ਉਹਨਾਂ ਦੀ ਆਪਣੀ ਭਾਸ਼ਾ ਹੈ, ਉਹਦੇ ਵਿੱਚ ਅਸੀਂ ਰਚ ਮਿਚ ਜਾਂਦੇ ਹਾਂ। ਪਰ ਤੁਸੀਂ ਬੜੀ ਸੋਹਣੀ ਪੰਜਾਬੀ ਬੋਲੀ ਹੈ। ਮੇਰੇ ਨਾਲ ਕਾਲਰ ਨੇ ਇੱਕ, ਤੇ ਵਾਈਡ ਅਪ ਵੀ ਆਪਾਂ ਕਰਨਾ ਜੀ। ਵੈਲਕਮ ਜੀ, ਛੋਟਾ ਰੱਖਿਆ ਜਾਵੇ। ਧੰਨਵਾਦ ਜੀ, ਸਤਿ ਸ੍ਰੀ ਅਕਾਲ। ਚਾਵਲਾ ਜੀ, ਮੈਂ ਜੀ 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 ਹਾਂਜੀ ਸਰ, ਸਤਿ ਸ੍ਰੀ ਅਕਾਲ। ਗੁਰਚਰਨ ਸਿੰਘ ਜੀ, ਸਤਿ ਸ੍ਰੀ ਅਕਾਲ ਸਰ। ਸਤਿ ਸ੍ਰੀ ਅਕਾਲ ਜੀ। ਓਕੇ ਸਰ, ਮੈਂ ਛੋਟੇ ਸ਼ਬਦਾਂ 'ਚ ਇਹੀ ਕਹੂੰਗਾ ਕਿ ਜਿਸ ਤਰ੍ਹਾਂ ਤੁਸੀਂ ਹੁਣੇ ਬੋਲਿਆ ਕਿ ਤੁਹਾਨੂੰ ਸਾਊਥ ਦੇ ਵਿੱਚ ਉੱਧਰ ਬਹੁਤ ਇਸ਼ੂ ਆਉਂਦੇ ਨੇ, ਆਪਣੇ ਸ੍ਰੀ ਸਾਹਿਬ ਦੇ ਕਕਾਰਾਂ ਦੇ, ਇਨਕਲੂਡਿੰਗ ਦਸਤਾਰ ਦੇ। ਪਰ ਹੁਣ ਦੇਖਿਆ ਜਾਵੇ ਤਾਂ ਜਿਹੜਾ ਹਿਜਾਬ ਹੈ, ਉਹਨਾਂ ਦੀ ਬੋਲੀ ਦੇ ਵਿੱਚ ਹਿਜਾਬ ਹੋ ਸਕਦਾ ਫਾਰਸੀ ਦਾ ਵਰਡ ਆ, ਚਾਹੇ ਅਰਬੀ ਦਾ ਵਰਡ ਆ, ਚਾਹੇ ਮੈਨੂੰ ਨਹੀਂ ਪਤਾ ਕਿਸੇ ਹੋਰ ਲੈਂਗੁਏਜ ਦਾ, ਉਹ ਉਰਦੂ ਦਾ ਵਰਡ ਹੈ। ਲੇਕਿਨ ਦੇਖਿਆ ਜਾਵੇ ਹੈਗਾ ਤੇ ਕਵਰ ਤੇ ਹੈਡ ਹੀ ਕੀਤਾ ਹੈ ਨਾ। ਦਸਤਾਰ ਨੇ ਵੀ ਹੈਡ ਹੀ ਕਵਰ ਕੀਤਾ ਆ ਤੇ ਹਿਜਾਬ ਨੇ ਵੀ ਹੈਡ ਹੀ ਕਵਰ ਕੀਤਾ ਆ। ਬੰਨਣ ਦਾ ਸਟਾਈਲ ਅਲੱਗ-ਅਲੱਗ ਹੈ। ਤੇ ਤੁਸੀਂ ਉਹਨਾਂ ਦੇ ਨਾਲ ਮਿਲ ਕੇ ਹੀ ਕਿਉਂ ਨਹੀਂ ਇਹ ਫਾਈਟ ਕਰਦੇ? ਜਿਸ ਦਿਨ ਹਿਜਾਬ ਦਾ ਮੁੱਦਾ ਆਇਆ ਹੀ ਸੀ ਕਿ ਸਿੱਖ ਕਮਿਊਨਿਟੀ ਨੂੰ ਉਹਨਾਂ ਦੇ ਨਾਲ ਹੋਣਾ ਚਾਹੀਦਾ ਸੀ, ਉਸੇ ਦਿਨ ਤੁਹਾਨੂੰ ਸੋਚਣਾ ਚਾਹੀਦਾ ਵੀ ਕੱਲ ਨੂੰ ਸਾਡੇ ਤੇ ਵੀ ਇਹ ਗੱਲ ਆ ਸਕਦੀ ਹੈ। ਸਰਬਜੀਤ ਸਿੰਘ ਜੀ, ਇਹਦੇ ਵਿੱਚ ਨਾ ਇੱਕ ਮਿੰਟ ਗੁਰਚਰਨ ਸਿੰਘ ਜੀ ਹੋਲਡ ਰੱਖਣਾ। ਇੱਕ ਹੈ ਬੁਰਕਾ, ਫੁੱਲ ਬੋਡੀ ਕਵਰ, ਹਾਂਜੀ। ਇੱਕ ਹੈ ਨਿਕਾਬ, ਸੋ ਫੇਸ ਦੇ ਉੱਤੇ ਜਿਹੜਾ ਪਾਉਂਦੇ ਨੇ, ਦਿਖਾਇਆ ਜਾ ਰਿਹਾ ਨਾ ਟੀਵੀ ਤੇ। ਇੱਕ ਹੈ ਹਿਜਾਬ। ਹਿਜਾਬ ਜਿਹੜਾ ਵਾ ਉਹ ਵੱਖਰੀ ਤਰ੍ਹਾਂ ਦਾ, ਪੜ੍ਹ ਵੀ ਰਹੇ ਨੇ ਸਾਡੇ ਦਰਸ਼ਕ ਸਰੋਤੇ, ਦੇਖ ਵੀ ਰਹੇ ਨੇ। ਇੱਕ ਢੱਕਦੇ ਹਿਜਾਬ ਸਿਰ ਤੇ ਪਾਉਂਦੇ, ਹਾਂਜੀ। ਇੱਕ ਹੈ ਚਡੋਰ, ਫੁੱਲ ਬੋਡੀ ਕਲੋਥ, ਹਾਂਜੀ। ਇੱਕ ਆ ਗਿਆ ਸਿਆਲਾ, ਇਹ ਹੈ ਜੀ ਲੌਂਗ ਸਕਰਟ ਦੇ ਨਾਲ ਪਾਉਂਦਾ। ਇਲ ਅਰੇਮਾ, ਜਿਵੇਂ ਤੁਸੀਂ ਗੱਲ ਕਿਹਾ ਕਿ ਵੱਖ-ਵੱਖ ਭਾਸ਼ਾ ਦੇ ਵਿੱਚ ਹੈ। ਇੱਕ ਹੈ ਕਸ਼ਮੀਰੀ। ਸੋ ਹੁਣ ਇਹਦੇ ਵਿੱਚ ਜਿਹੜਾ ਨਕਾਬ ਹੈ ਨਾ, ਉਹਦੇ ਉੱਤੇ ਮੇਰੇ ਖਿਆਲ ਚਰਚਾ ਜ਼ਿਆਦਾ ਛਿੜੀ ਹੋਈ ਹੈ। ਬਾਕੀ ਚਾਵਲਾ ਜੀ ਮੈਂ ਆਪ ਜੀ ਦਾ ਜਵਾਬ ਦੇਣਾ। ਮੈਨੂੰ ਸਰ ਮੈਨੂੰ ਇੱਕ ਸੈਕਿੰਡ ਹਾਈ ਕੋਰਟ ਦਾ ਆਰਡਰ, ਜੀ ਇੱਕ ਮਿੰਟ ਖਲੋ ਜਾਓ, ਇੰਡੀਆ ਤੋਂ ਨੇ, ਇੱਕ ਮਿੰਟ। ਹਾਂਜੀ ਹਾਂਜੀ ਵੀਰ ਜੀ, ਮੈਂ ਹਾਈ ਕੋਰਟ ਦਾ ਆਰਡਰ ਰੈਫਰ ਕਰਕੇ ਤੁਹਾਨੂੰ ਇਸ ਚੀਜ਼ ਦਾ ਜਵਾਬ ਦੇਣਾ ਜੀ, ਪਲੀਜ਼। ਕਿਉਂਕਿ ਅਗਰ ਇਸ ਤਰ੍ਹਾਂ ਦੀ ਡਿਬੇਟ ਕਰਾਂਗੇ ਤੇ ਫਿਰ ਉਹ ਕੰਕਲੂਜਨ ਨਹੀਂ ਹੋ ਪਾਏਗਾ ਜੀ। ਦੇਖੋ ਕੀ ਹੋ ਗਿਆ ਕਿ ਇੱਕ ਪਾਰਟਿਕੂਲਰ ਸਕੂਲ ਸੀਗਾ ਜਿੱਥੋਂ ਇਹ ਸਾਰਾ ਮਸਲਾ ਛਿੜਿਆ ਸੀਗਾ, ਠੀਕ ਹੈ ਜੀ। ਉਸ ਸਕੂਲ ਦੇ ਅੰਦਰ ਜੋ ਹੈ ਹਿਜਾਬ, ਕੋਈ यूनिफॉर्म ਕੋਡ ਵਗੈਰਾ ਸੀਗਾ। ਤੇ ਉਹਦੇ ਬਾਅਦ ਜਦ ਉੱਥੇ ਝਗੜਾ ਹੋ ਗਿਆ ਹਨਾ ਟੂ ਕਮਿਊਨਿਟੀਜ਼ ਦੇ ਅੰਦਰ, ਉਹ ਪੋਲੀਟੀਕਲ ਇਸ਼ੂ ਬਣ ਗਿਆ। ਤੇ ਹਾਈ ਕੋਰਟ ਨੇ ਜੋ ਹੈ ਕੀ ਕੀਤਾ ਕਿ ਉਹਨਾਂ ਨੇ ਦੇਖਿਆ ਕਾਲਜ ਸਾਰੇ ਬੰਦ ਹੋ ਗਏ ਨੇ ਤੇ ਐਜੂਕੇਸ਼ਨ ਜਿਹੜੀ ਹੈ ਬੱਚਿਆਂ ਦੀ ਉਹ ਸਫਰ ਨਾ ਕਰੇ, ਉਸ ਕਰਕੇ ਉਹਨਾਂ ਨੇ ਇੱਕ ਆਰਡਰ ਜਿਹੜਾ ਰਿਲੀਜ਼ ਕੀਤਾ। ਉਹਨਾਂ ਨੇ ਲਿਖਿਆ ਕਿ ਪੈਂਡਿੰਗ ਕੰਸੀਡਰੇਸ਼ਨ ਆਫ ਆਲ ਦਿਸ ਪੈਟੀਸ਼ਨ ਵੀ ਰਿਸਟ੍ਰੇਨ ਆਲ ਦ ਸਟੂਡੈਂਟਸ ਰਿਗਾਰਡਲੈਸ ਆਫ देयर ਰਿਲੀਜਨ ਔਰ ਫੇਥ from wearing saffron shawls, ठीक है जी, बगवा, hijab, religious flag or the like within the classroom until further order। यानी कि उन्होंने बड़ा क्लियरली इंटरिम ऑर्डर एक पास किया हाई कोर्ट ने कि खास तौर पे जो ਤੁਹਾਡੇ रिलीजियस रिलेटेड कुछ सिंबल्स है ने, ठीक है जी, सकाफ और हिजाब वास्ते बड़ा पर्टिकुलरली उन्होंने मेंशन कर दिया एंड लाइक्स कर दिया नाल। ਜਿਹਦੇ ਕਰਕੇ ਜੋ ਹੈ ਹੁਣ ਉਹ ਹਾਈ ਕੋਰਟ ਦੇ ਅੰਦਰ ਹਜੇ ਆਰਗੂਮੈਂਟਸ ਹੋ ਰਹੀਆਂ ਨੇ। ਇਸ ਕਰਕੇ ਨਾਲ ਉਹਨਾਂ ਨੇ ਇਹ ਵੀ ਲਿਖਿਆ ਕਿ ਵੀ ਮੇਕ ਇਟ ਕਲੀਅਰ ਦੈਟ ਦਿਸ ਆਰਡਰ ਇਜ਼ ਕਨਫਾਈਨਡ ਟੂ ਸਚ ਆਫ ਦ ਇੰਸਟੀਟਿਊਸ਼ਨ ਵੇਅਰ ਇਨ ਦ ਕਾਲਜ ਡਿਵੈਲਪਮੈਂਟ ਕਮੇਟੀਜ਼ ਹੈਵ ਪ੍ਰੈਸਕ੍ਰਾਈਬਡ ਦ ਸਟੂਡੈਂਟ ਡਰੈਸ ਕੋਡ यूनिफॉर्म। ਅਗਰ ਕਿਸੇ ਸਕੂਲ ਜਾਂ ਕਾਲਜ ਨੇ ਇਹ ਡਰੈਸ ਇਸ ਤਰ੍ਹਾਂ ਦੀ ਪ੍ਰੈਸਕ੍ਰਾਈਬ ਕੀਤੀ ਹੋਈ ਹੈ,
ਉਸੇ ਕੇਸ ਵਿੱਚ ਉਹ ਉਹਨਾਂ ਨੂੰ ਮਨਾ ਕਰ ਸਕਦੇ, ਨਹੀਂ ਤਾਂ ਉਹਨਾਂ ਨੂੰ ਮਨਾ ਨਹੀਂ ਹੈ ਹਿਜਾਬ ਦੀ ਪਹਿਨਣ ਵਾਸਤੇ। ਹੁਣ ਇਹ ਜੋ ਜਿਸ ਤਰ੍ਹਾਂ ਮਾਊਂਟ ਕਾਰਮਲ ਕਾਲਜ ਹੈਗਾ, ਇਟ ਇਜ਼ ਅ ਪ੍ਰਾਈਵੇਟ ਇੰਸਟੀਟਿਊਸ਼ਨ। ਆਈ ਸਪੋਕ ਟੂ ਵਨ ਆਫ ਦਾ ਸਿਸਟਰ ਰਾਈਟ ਵਿਦ whom I am very much connected, ਕਿਉਂਕਿ ਇੱਥੇ ਇੰਟਰਫੇਥ ਪ੍ਰੋਗਰਾਮਸ ਹੁੰਦੇ ਨੇ ਤੇ I am a speaker there as a representation of the community, ਤੇ ਮੈਂ ਉਹਨਾਂ ਦੇ ਨਾਲ ਗੱਲ ਕੀਤੀ। ਕਹਿੰਦੇ ਗੁਰਚਰਨ ਸਿੰਘ, this is very wrong. I have also studied in the same college and this particular rule does not apply here. They have misunderstood this order. And she spoke to the administrator and immediately ਹੁਣ ਕੀ ਹੋ ਰਿਹਾ, ਜਿੱਦਾਂ ਭਾਈ ਸਾਹਿਬ ਦਾ ਕੁਐਸਚਨ ਹੈਗਾ, ਉੱਥੇ ਤੋਂ ਮੁਸਲਿਮ ਕੁੜੀਆਂ ਨੇ ਉਹ ਵੀ ਹਿਜਾਬ ਪਾ ਕੇ ਕਲਾਸ ਵਿੱਚ ਬੈਠ ਰਹੀਆਂ ਨੇ। ਔਰ ਮੈਂ ਆਪਣੀ ਸਟੇਟਮੈਂਟ ਦੇ ਅੰਦਰ ਔਰ ਈਮੇਲ ਦੇ ਅੰਦਰ ਬੜਾ ਸਪੈਸੀਫਿਕਲੀ ਲਿਖਿਆ ਹੋਇਆ ਹੈ that I stand with those Muslim girls who also want to cover their head. ਜੀ ਹਾਂਜੀ ਸਰਬਜੀਤ ਜੀ, ਤੁਹਾਡੀ ਲਾਈਨ ਕੱਟੀ ਗਈ ਆ ਤੇ ਚਲੋ ਮੈਂ ਅਗਲੀ ਕਾਲ ਵਾਈਂਡ ਅਪ ਕਰਾਂਗੇ। ਹਾਂਜੀ, ਹੈਲੋ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਸੁਣ ਰਿਹਾ ਸਾਂ ਜੀ ਆਪਣੀ ਡਿਬੇਟ, ਤੇ ਮੈਂ ਸਿਰਫ ਇੱਕ ਹੀ ਪੁਆਇੰਟ ਐਡ ਕਰਨਾ ਚਾਹੁੰਦਾ ਜੀ, ਜਿਹਦੇ ਨਾਲ ਸਾਰੀ ਸਟੱਡੀ, ਜਿਵੇਂ ਆਪਣਾ ਕੋਈ ਵੀ ਇੰਸਟੀਚਿਊਟ ਹੈ, ਉਹਨਾਂ ਦੇ ਵੀ ਪ੍ਰੋਬਲਮ ਨਹੀਂ ਹੋਈ। ਮੇਨ ਇਹਨਾਂ ਨੂੰ ਲਾਅ ਬਣਾ ਦੇਣਾ ਚਾਹੀਦਾ ਸਿਰਫ ਇੱਕ ਹੀ, ਕਿ ਜਦੋਂ ਕੋਈ ਵੀ ਬੱਚੇ ਟੀਚਰ ਜੋ ਤੁਹਾਨੂੰ ਪੜ੍ਹਾਉਂਦਾ ਹੈ, ਉਹ ਟੀਚਰ ਨੂੰ ਬੱਚਿਆਂ ਦੇ ਫੇਸ ਦਿਖਣੇ ਚਾਹੀਦੇ, ਡਜ਼ਨਟ ਮੈਟਰ ਕਿਹੜੇ ਰਿਲੀਜਨ ਤੋਂ ਉਹ ਆਉਂਦੇ ਨੇ, ਦੈਟਸ ਇਟ। ਹੁਣ ਭਾਵੇਂ ਬੁਰਕਾ ਪਾਉਣ, ਹਿਜਾਬ ਪਾਉਣ, ਐਟ ਦੀ ਟਾਈਮ ਅਟੈਂਡ ਕਰ ਰਹੇ ਨੇ ਕਲਾਸ, ਉਹਨਾਂ ਨੂੰ ਜ਼ਰੂਰੀ ਨਹੀਂ ਲਾਣਾ, ਤੁਹਾਨੂੰ ਫੇਸ ਜ਼ਰੂਰ ਦਿਖੇ ਟੀਚਰਸ ਨੂੰ। that should be a law, sir. That I feel, sir. ਬੁਰਕਾ ਜਿਹੜਾ ਉਹ ਹਾਫ ਹੁੰਦਾ, ਅੱਖਾਂ ਦਿਖਦੀਆਂ ਹੁੰਦੀਆਂ ਜੀ। ਹਾਂਜੀ, ਉਹਨਾਂ ਨੂੰ ਮੇਕ ਸ਼ੋਰ ਕਰਨਾ ਚਾਹੀਦਾ ਕਿ ਤੁਹਾਡੇ ਟੀਚਰ ਨੂੰ ਫੇਸ ਦਿਖੇ ਜੀ। ਉਹ ਕੋਈ ਵੀ ਅਮੈਂਡਮੈਂਟਸ ਕਰ ਸਕਦੇ ਨੇ, ਆਪਣੇ ਕੁਝ ਵੀ ਉਹਦੇ ਵਿੱਚ ਕਰ ਸਕਦੇ ਨੇ। ਉਹਨਾਂ ਨੂੰ ਪ੍ਰੋਪਰਲੀ ਲਾਉਣ ਵਾਸਤੇ ਨਹੀਂ ਕਿ ਉਹਨਾਂ ਨੂੰ ਫੋਰਸ ਕਰਨਾ ਚਾਹੀਦਾ, ਕੋਈ ਵੀ ਰਿਲੀਜਨ ਹੋਵੇ ਜੀ। ਸਵਾਲ ਤਾਂ ਇਹ ਉੱਠਦਾ ਕਿ 70 ਸਾਲਾਂ ਬਾਅਦ 73 ਸਾਲਾਂ ਬਾਅਦ ਉਹ ਉਸੇ ਤਰ੍ਹਾਂ ਹੀ ਪ੍ਰੈਕਟਿਸ ਕਰਦੇ ਨੇ ਸਕੂਲ ਕਾਲਜ ਦੇ ਵਿੱਚ, ਤੇ ਹੁਣ ਕੀ ਹੋ ਗਿਆ? ਸਵਾਲ ਤਾਂ ਇਹ ਵੀ ਆ। ਹਾਂਜੀ, ਇਹ ਗੱਲ ਤੇ ਮੰਨਣਯੋਗ ਹੈਗੀ ਹੈ। ਸਵਾਲ ਹੁਣ ਸਵਾਲ ਤੇ ਇਹ ਵੀ 73 ਸਾਲ ਹੋ ਗਏ ਦੇਸ਼ ਨੂੰ ਆਜ਼ਾਦ ਹੋਇਆਂ ਨੂੰ, ਹੁਣ ਕਿਉਂ? ਹਾਂਜੀ, ਇਹ ਤਾਂ ਫਿਰ ਇਹ ਵੀ ਤੁਹਾਡੀ ਗੱਲ ਸਹੀ ਹੈ, ਉਹ ਤੇ ਗੁੰਡਾਗਰਦੀ ਵਾਲੀ ਗੱਲ। ਮਿਹਰਬਾਨੀ, ਨਹੀਂ ਇਹ ਨਾ ਲਫ਼ਜ਼ ਵਰਤੋ, ਥੈਂਕ ਯੂ। ਹਾਂਜੀ ਮਿੰਟੂ ਜੀ, ਬਹੁਤ ਬਹੁਤ ਧੰਨਵਾਦ ਸਰਦਾਰ ਗੁਰਚਰਨ ਸਿੰਘ ਜੀ ਤੁਹਾਡਾ। ਸਰਬਜੀਤ ਸਿੰਘ ਜੀ, ਤੁਹਾਡਾ ਧੰਨਵਾਦ, ਤੁਸੀਂ ਸਾਨੂੰ ਨੰਬਰ ਦਿੱਤਾ ਗੁਰਚਰਨ ਸਿੰਘ ਹੁਣਾਂ ਦਾ। ਤੁਹਾਡੀ ਲਾਈਨ ਡਿਸਕਨੈਕਟ ਹੋ ਗਈ, ਸ਼ਾਇਦ ਤੁਹਾਨੂੰ ਕਾਲ ਆ ਗਈ ਹੋਣੀ ਆ। ਮਿੰਟੂ ਜੀ ਲਈਏ ਆ ਗਿਆ ਫਿਰ? ਹਾਂਜੀ, ਧੰਨਵਾਦ ਸਰ ਜੀ। ਸਰਦਾਰ ਗੁਰਚਰਨ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡਾ ਨੰਬਰ ਤੁਹਾਡੇ ਕੋਲ ਪਹੁੰਚ ਗਿਆ ਹੋਣਾ ਵਾ, ਤੇ ਐਨੀ ਟਾਈਮ ਤੁਸੀਂ ਸਾਡੇ ਨਾਲ ਜਦੋਂ ਵੀ ਚਾਹੋ ਗੱਲਬਾਤ ਕਰ ਸਕਦੇ ਹੋ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਮਿੰਟੂ ਜੀ। ਜੀ ਜੀ ਜੀ। ਅੱਛਾ ਚਲੋ, ਉੜਤਾ ਪੰਜਾਬ ਦਾ ਇੱਕ ਨਮੂਨਾ ਅਖਬਾਰ ਨੇ ਵਿਖਾਇਆ, ਇਹ ਮੇਰਾ ਸਵਾਲ ਬੜਾ ਜ਼ਰੂਰੀ ਸੀਗਾ, ਫਿਰ ਆਪਾਂ ਵਾਈਂਡ ਅਪ ਕਰਦੇ ਹਾਂ ਜੀ। ਹਾਂਜੀ ਹਾਂਜੀ, ਨਹੀਂ ਦੇਖੋ, ਉੜਤਾ ਪੰਜਾਬ ਕੀ ਹੈ ਕਿ ਉੜਤਾ ਪੰਜਾਬ ਜਦੋਂ ਵੀ ਡਰੱਗ ਦਾ ਮਸਲਾ ਆਉਂਦਾ ਤਾਂ ਪੰਜਾਬ ਦੇ ਨਾਲ ਇੱਕ ਵਿਸ਼ੇਸ਼ਣ ਜੋੜਿਆ ਜਾਂਦਾ ਵਾ। ਕਿਉਂਕਿ ਇੱਕ ਫਿਲਮ ਵੀ ਆਈ ਸੀ ਡਰੱਗ ਦੇ ਮੁੱਦੇ ਤੇ, ਤਾਂ ਉਹ ਉੜਤਾ ਪੰਜਾਬ ਇੱਕ ਤਰ੍ਹਾਂ ਨਾਲ ਕਹਿੰਦੇ ਕਿ ਸਾਡਾ ਬਦਨਾਮੀ ਦਾ ਪ੍ਰਤੀਕ ਹੈ, ਸਿੰਬਲ ਬਣ ਗਿਆ। ਤਾਂ ਹੁਣ ਇੱਕ ਅਖਬਾਰ ਨੇ ਲਾਈਵ ਜਿੱਦਾਂ ਕਹਿ ਲਓ ਕਿ ਸਟਿੰਗ ਕੀਤਾ ਵਾ, ਔਰ ਉਸ ਸਟਿੰਗ ਨੂੰ ਅੰਮ੍ਰਿਤਸਰ ਲੁਧਿਆਣੇ 'ਚ ਅੰਜਾਮ ਦਿੱਤਾ ਗਿਆ। ਤਾਂ ਉੱਥੇ ਮਤਲਬ ਕਿ ਬਿਨਾਂ ਪਛਾਣ ਤੋਂ, ਬਿਨਾਂ ਕਿਸੇ ਜਾਣ ਤੋਂ ਨਸ਼ਾ ਦਿੱਤਾ ਜਾ ਰਿਹਾ। ਬਕਾਇਦਾ ਉਹ ਜਿਹੜੇ ਹੈਗੇ ਨੇ ਛੋਟੇ ਪੈਡਲਰ, ਉਹ ਨੰਬਰ ਤੱਕ ਦੇ ਰਿਹਾ ਕਿ ਕਿਸੇ ਵੀ ਵੇਲੇ ਜ਼ਰੂਰਤ ਪੈਂਦੀ ਹੈ ਤੇ ਘੰਟੀ ਮਾਰ ਦਿਓ, ਅਸੀਂ ਤੁਹਾਡੇ ਘਰੇ ਪਹੁੰਚਾ ਦਿਆਂਗੇ। ਓਏ ਹੋਏ ਹੋਏ, ਐਮਰਜੈਂਸੀ ਡਿਲੀਵਰੀ। ਬਿਨਾਂ ਮਤਲਬ ਕਿ ਗਲੀ 'ਚ ਜਾਂਦੇ ਹੀ ਉਹ ਆਪ ਹੀ ਕਰਿੰਦੇ ਪੁੱਛ ਰਹੇ ਨੇ ਕਿ ਹਾਂ ਭਾਈ ਮਤਲਬ ਕਿ ਕੀ ਚਾਹੀਦਾ ਹੈ, ਵੈਰਾਈਟੀ ਦੱਸੋ ਕਿਹੜੀ ਚਾਹੀਦੀ ਹੈ। ਸੋ ਇਹ ਸੂਰਤ ਹਾਲ ਆ। ਤਾਂ ਅਖਬਾਰ ਨੇ ਮਤਲਬ ਕਿ ਅੱਗੇ ਵੀ ਸਟਿੰਗ ਹੋਏ ਨੇ ਸਾਡੇ ਇੱਥੇ ਪੰਜਾਬ ਦੇ ਵਿੱਚ। ਇਸ ਬਦਨਾਮੀ ਤੋਂ ਤੇ ਅਸੀਂ ਕਿਤੇ ਭੱਜ ਹੀ ਨਹੀਂ ਸਕਦੇ ਜੀ। ਆ ਹੁਣ ਇਹ PGI ਦੀ ਰਿਪੋਰਟ ਆਈ ਆ, ਜਿਹਦੇ 'ਚ 30 ਲੱਖ ਐਡਿਕਟਡ ਦੀ ਗੱਲ ਕੀਤੀ ਗਈ ਹੈ ਕਿ 30 ਲੱਖ। ਹੁਣ ਦੇਖੋ, ਤੁਹਾਡੀ ਵਸੋਂ ਹੋਵੇ 3 ਕਰੋੜ ਤੇ 30 ਲੱਖ, ਹਾਲਾਂਕਿ ਮੇਰਾ ਮੰਨਣਾ ਹੈ ਕਿ ਸਟੀਕ ਨਹੀਂ ਹੁੰਦਾ ਅੰਕੜਾ ਕੋਈ ਵੀ, ਉਹਦੇ 'ਚ ਗੁੰਜਾਇਸ਼ ਰਹਿੰਦੀ ਆ। ਤਾਂ ਹਿਸਾਬ ਲਾ ਲਓ ਕਿ ਤੁਹਾਡੀ ਆਬਾਦੀ ਜਿਹੜੀ ਹੈ ਵਸੋਂ ਆ, ਉਹਦੇ 'ਚ ਹਾਲਾਂਕਿ ਅਲਕੋਹਲਕ ਨੂੰ ਵੀ ਉਹ ਇੰਕਲੂਡ ਕਰਦੇ ਨੇ WHO ਦੇ ਮੁਤਾਬਕ, ਤੇ ਉਹਨਾਂ ਨੂੰ ਵੀ ਕੱਢ ਦਿਓ, ਅਲਕੋਹਲਕ ਨੂੰ ਵੀ ਕੱਢ ਦਿਓ, ਤੇ ਤਾਂ ਵੀ ਲੱਖਾਂ ਦੀ ਤਾਦਾਦ ਬਣਦੀ ਹੈ। ਪਰ ਉਸ ਤੋਂ ਬਾਅਦ ਆ ਜਿਹੜਾ ਕੁਛ ਚੱਲਦਾ ਪਿਆ, ਇਹ ਇੱਕ ਹੋਰ ਸੱਚ ਆ, ਇੱਕ ਹੋਰ ਸੱਚ ਆ ਕਿ ਇੰਨੇ ਪੈਡਲਰ ਨੇ, ਛੋਟੇ ਇੰਨੇ ਪੈਡਲਰ ਨੇ। ਕੱਲ ਵੀ ਗੱਲ ਕੀਤੀ ਸੀ ਆਪਾਂ ਕਿ ਪਿੰਡਾਂ ਦੇ ਵਿੱਚ ਇਹਦੇ ਦੇਖੋ, ਲੁਧਿਆਣੇ ਦੇ ਵਿੱਚ ਇਸ ਤਰ੍ਹਾਂ ਖੁੱਲੇ ਆਮ ਵਿਕ ਰਿਹਾ ਹੈ, ਤੇ ਪਿੰਡਾਂ ਦੇ ਵਿੱਚ ਤੇ ਇੰਨੀ ਕੋਈ ਇੰਟੈਲੀਜੈਂਸੀ ਨਹੀਂ ਹੁੰਦੀ, ਪਿੰਡਾਂ 'ਚ ਇੰਨਾ ਕੋਈ ਨੈਟਵਰਕ ਨਹੀਂ ਹੁੰਦਾ, ਇੰਨੀ ਕੋਈ ਗਸ਼ਤ ਨਹੀਂ ਹੁੰਦੀ, ਉੱਥੇ ਕਿਸ ਤਰ੍ਹਾਂ ਵਿਕਦਾ ਹੋਏਗਾ, ਅੰਦਾਜ਼ਾ ਲਾ ਲਓ ਬਈ। ਜੀ
ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਮਿੰਟੂ ਜੀ, ਧੰਨਵਾਦ। ਸੋਮਵਾਰ ਮਿਲਦੇ ਹਾਂ ਜੀ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।